ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਇਸੀ ਸੱਚ ਕੀ ਬੇਲਾ। ਵਾਹਿਗੁਰੂ ਸਾਹਿਬ ਜੀ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਏ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਪਰਮ ਸਤਿਕਾਰਯੋਗ ਸਾਹਿਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਬੈਠੇ ਸਤਿਕਾਰਯੋਗ ਵਡਭਾਗੀ ਸਤਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 11 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਇਸ ਤੋਂ ਪਹਿਲਾਂ 10 ਨੰਬਰ ਪਾਵਨ ਪੌੜੀ ਦੇ ਵਿਚਾਰ ਨਾਲ ਜੁੜੇ ਸਾਂ, ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਹੇ ਚੰਚਲ ਮਨ, ਚਤੁਰਾਈਆਂ ਚਲਾਕੀਆਂ ਦੇ ਨਾਲ ਤੂੰ ਜੀਵਨ ਦੇ ਅੰਦਰ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਨਹੀਂ ਕਰ ਸਕਦਾ। ਚਤੁਰਾਈਆਂ ਚਲਾਕੀਆਂ ਦੇ ਨਾਲ ਤੂੰ ਰੱਬ ਦੀ ਪ੍ਰਾਪਤੀ, ਉਸ ਵਾਹਿਗੁਰੂ ਦੇ ਗੁਣਾਂ ਨੂੰ ਜੀਵਨ 'ਚ ਨਹੀਂ ਵਸਾ ਸਕਦਾ।
ਵੇਖੋ ਸਤਿਗੁਰੂ ਜੀ ਨੇ 10 ਨੰਬਰ ਪਾਵਨ ਪੌੜੀ ਵਿੱਚ ਮਨ ਨੂੰ ਚੰਚਲ ਆਖਿਆ ਕਿ ਹੇ ਚੰਚਲ ਮਨ। ਅੱਜ 11 ਨੰਬਰ ਪੌੜੀ ਵਿੱਚ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਕਹਿੰਦੇ ਨੇ, ਇਹ ਮਨ ਪਿਆਰਿਆ, ਹੇ ਪਿਆਰੇ ਮਨ, ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਤੂੰ ਜੀਵਨ ਦੇ ਵਿੱਚ ਸੱਚ ਦੀ ਸੰਭਾਲ ਕਰ, ਜੀਵਨ ਦੇ ਵਿੱਚ ਸੱਚ ਨੂੰ ਸਾਂਭ ਕੇ ਰੱਖ। ਜੇ ਤੂੰ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਸੱਚੇ ਪ੍ਰਭੂ ਨੂੰ, ਸਦਾ ਸਥਿਰ ਰਹਿਣ ਵਾਲੇ ਵਾਹਿਗੁਰੂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ। ਜੇ ਸੱਚ ਦੀ ਸੰਭਾਲ ਕਰੇਗਾ ਜੀਵਨ ਦੇ ਵਿੱਚ, ਫਿਰ ਆਨੰਦ ਵੀ ਤੇਰੇ ਜੀਵਨ ਦੇ ਵਿੱਚ ਸਦਾ ਰਹਿਣ ਵਾਲਾ ਹੀ ਆਵੇਗਾ, ਇਹ ਕਦੇ ਨਾਸ਼ ਨਹੀਂ ਹੋਵੇਗਾ। ਤੇ ਗੁਰੂ ਪਿਆਰ ਵਾਲਿਓ, ਸਾਨੂੰ ਆਪਣੇ ਜੀਵਨ ਦੇ ਵਿੱਚ ਸੱਚ ਦੀ ਸੰਭਾਲ ਕਰਨੀ ਪੈਣੀ ਆ। ਸਾਨੂੰ ਆਪਣੇ ਜੀਵਨ ਦੇ ਅੰਦਰ ਸੱਚੇ ਪ੍ਰਭੂ ਨੂੰ ਸੰਭਾਲ ਕੇ ਰੱਖਣਾ ਪੈਣਾ ਆ। ਫਿਰ ਸਾਡਾ ਜੀਵਨ ਜਿਹੜਾ ਆਨੰਦਮਈ, ਸਾਡਾ ਜੀਵਨ ਸੱਚ ਨਾਲ ਜੁੜੇਗਾ, ਸਦਾ ਸੁਖੀ ਬਣ ਜਾਵੇਗਾ। ਹੁਣ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸੱਚੇ ਮਾਲਕ ਵਾਹਿਗੁਰੂ ਨੂੰ ਸੰਭਾਲਿਆ ਹੈ, ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਹੈ, ਧਿਆਇਆ ਹੈ, ਉਹ ਕੌਣ ਨੇ? ਪਾਤਸ਼ਾਹ ਜੀ ਦੀ ਬਾਣੀ ਅੰਦਰ ਹੀ ਬੜਾ ਪਿਆਰਾ ਬਚਨ ਆ। ਮਾਲਕ ਜੀ ਬਚਨ ਕਰਦੇ ਨੇ, ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ। ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਤੋਖੀ ਮਨੁੱਖ ਨਾ, ਸੰਤੋਖੀ ਜੀਵਨ ਵਾਲੇ, ਉਹ ਸਦਾ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਨੇ। ਸਦਾ ਹੀ ਕਹਿੰਦੇ ਉਹ ਸੱਚ ਨੂੰ ਜੀਵਨ 'ਚ ਅਰਾਧਦੇ ਨੇ, ਸਦਾ ਹੀ ਉਹ ਸੱਚ ਦੀ ਸੇਵਾ ਕਰਦੇ ਨੇ। ਸੱਚ ਦਾ ਅਰਥ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਜੀਵਨ 'ਚ ਸੱਚ ਆ ਗਿਆ ਤੇ ਸਾਡਾ ਜੀਵਨ ਸੱਚੇ ਪ੍ਰਭੂ ਨਾਲ, ਸਾਡੇ ਹਿਰਦੇ ਵਿੱਚੋਂ ਮਾਲਕ ਵਾਹਿਗੁਰੂ ਵਸ ਜਾਵੇਗਾ। ਸੱਚ ਖੰਡ ਵਸੈ ਨਿਰੰਕਾਰ। ਕਹਿੰਦੇ ਜਦੋਂ ਸਾਡੇ ਜੀਵਨ 'ਚ ਸੱਚ ਵਸ ਗਿਆ ਨਾ, ਤੇ ਸਾਡਾ ਜੀਵਨ ਵੀ ਸੱਚਖੰਡ ਬਣ ਜਾਵੇਗਾ। ਫਿਰ ਸਾਨੂੰ ਸੰਸਾਰ ਵਿੱਚੋਂ ਲੋਕਾਂ ਵੱਲੋਂ ਬਣਾਏ ਹੋਏ ਨਕਲੀ ਸੱਚਖੰਡਾਂ ਦੀ ਲੋੜ ਨਹੀਂ ਰਹਿਣੀ। ਜਦੋਂ ਸਾਡਾ ਜੀਵਨ ਖੁਦ ਦਾ ਸੱਚਖੰਡ ਬਣ ਗਿਆ, ਤੇ ਸੱਚ ਨੂੰ ਉਹੀ ਧਿਆਉਂਦੇ ਨੇ ਜਿਹੜੇ ਜੀਵਨ 'ਚ ਸੰਤੋਖੀ ਜੀਵਨ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਜੀਵਨ 'ਚ ਸੰਤੋਖ ਹੈ। ਪਾਤਸ਼ਾਹ ਕਹਿੰਦੇ ਨੇ ਜਦੋਂ ਉਹ ਜੀਵਨ 'ਚ ਸੱਚ ਧਿਆਨ ਕੇ ਸੱਚ ਦੀ ਸੰਭਾਲ ਕਰਨਗੇ, ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕ੍ਰਿਤ ਧਰਮ ਕਮਾਇਆ। ਪਾਤਸ਼ਾਹ ਕਹਿੰਦੇ ਨੇ ਉਹ ਜੀਵਨ 'ਚ ਕਦੇ ਵੀ ਫਿਰ ਮੰਦੇ ਕੰਮਾਂ ਵੱਲ ਪੈਰ ਨਹੀਂ ਰੱਖਦੇ, ਕਿਉਂਕਿ ਜੀਵਨ 'ਚ ਉਹ ਸੱਚ ਧਿਆ ਰਹੇ ਨੇ। ਉਹਨਾਂ ਦੇ ਜਿਹੜੇ ਮਨ ਨੇ ਨਾ, ਸੱਚ ਦੀ ਸੰਭਾਲ ਕਰ ਲਈ ਆ, ਮਨ ਨੇ ਸੱਚ ਨੂੰ ਸਾਂਭ ਲਿਆ ਆ, ਜਿਸ ਕਰਕੇ ਉਹ ਜੀਵਨ ਦੇ ਅੰਦਰ ਕਦੇ ਵੀ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਕਦੇ ਵੀ ਗਲਤ ਕੰਮ ਦੇ ਨੇੜੇ ਨਹੀਂ ਜਾਂਦੇ। ਪਾਤਸ਼ਾਹ ਕਹਿੰਦੇ ਨੇ ਉਹ ਕੀ ਕਰਦੇ ਨੇ? ਕਰ ਸੋ ਕ੍ਰਿਤ ਧਰਮ ਕਮਾਇਆ। ਸੋ ਕ੍ਰਿਤ ਦਾ ਅਰਥ ਹੁੰਦਾ ਚੰਗਾ ਕੰਮ, ਭਲਾ ਕੰਮ। ਪਾਤਸ਼ਾਹ ਕਹਿੰਦੇ ਨੇ ਉਹ ਜੀਵਨ ਦੇ ਅੰਦਰ ਚੰਗਾ ਕੰਮ ਕਰਦੇ ਨੇ ਤੇ ਧਰਮ ਕਮਾਇਆ, ਧਰਮ ਨੂੰ ਜੀਵਨ 'ਚ ਕਮਾਉਂਦੇ ਨੇ। ਧਰਮ ਦੀ ਪਰਿਭਾਸ਼ਾ ਅਸੀਂ ਜਾਣਦੇ ਹਾਂ ਕਿ ਜੀਵਨ ਦੇ ਅੰਦਰ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣਾ, ਆਪਣੇ ਫਰਜ਼ਾਂ ਨੂੰ ਨਿਭਾਉਣਾ, ਇਹ ਧਰਮ ਹੈ। ਜੀਵਨ ਦੇ ਅੰਦਰ ਚੰਗੇ ਗੁਣਾਂ ਨੂੰ ਧਾਰਨ ਕਰਨਾ, ਉਹ ਗੁਣ ਜਿਨ੍ਹਾਂ ਗੁਣਾਂ ਕਰਕੇ ਸਾਡਾ ਜੀਵਨ ਮੈਲਾ ਨਹੀਂ ਹੁੰਦਾ। ਜੀਵਨ ਦੇ ਵਿੱਚ ਉਹ ਕੰਮ ਕਰਨੇ ਜਿਨ੍ਹਾਂ ਕਰਕੇ ਸਾਡਾ ਜੀਵਨ ਅਧੂਰਾ ਨਹੀਂ ਰਹਿੰਦਾ, ਸਾਡਾ ਜੀਵਨ ਔਗਣਾ ਨਾਲ ਨਹੀਂ ਭਰਦਾ। ਚੰਗੇ ਕੰਮ ਕਰਨੇ, ਨਿਰਮਲ ਕਰਮ ਕਰਨੇ, ਕਹਿੰਦੇ ਇਹ ਸਭ ਤੋਂ ਵੱਡਾ ਧਰਮ ਹੈ। ਤੇ ਜੀਵਨ ਦੇ ਵਿੱਚ ਉਹ ਫਿਰ ਧਰਮ ਅਨੁਸਾਰ ਹੀ ਆਪਣੇ ਜੀਵਨ ਨੂੰ ਬਤੀਤ ਕਰਦੇ ਆ। ਪਾਤਸ਼ਾਹ ਕਹਿੰਦੇ ਨੇ ਓਨੀ ਦੁਨੀਆ ਤੋੜੇ ਬੰਧਨਾ। ਮਾਲਿਕ ਜੀ ਕਹਿੰਦੇ ਉਹ ਦੁਨੀਆ ਦੇ ਨਾਲੋਂ ਆਪਣਾ ਬੰਧਨ ਤੋੜ ਲੈਂਦੇ ਆ। ਦੁਨੀਆ ਦੇ ਨਾਲ ਬੰਧਨ ਕਿਵੇਂ ਤੋੜਦੇ ਆ ਕਿ ਦੁਨੀਆ ਜਿਹੜੇ ਰਸਤੇ ਚੱਲਦੀ ਆ ਉਹ ਫਿਰ ਉਸ ਰਸਤੇ ਤੇ ਨਹੀਂ ਚੱਲਦੇ।
ਜਿਹੜੇ ਸੰਸਾਰ ਦੇ ਲੋਕ ਲਾਲਚ ਦੇ ਰਸਤੇ, ਈਰਖਾ ਦੇ ਰਸਤੇ, ਨਫ਼ਰਤ ਦੇ ਰਸਤੇ ਉੱਤੇ ਤੁਰਦੇ ਆ, ਜਿਹੜੇ ਜੀਵਨ ਦੇ ਵਿੱਚ ਝੂਠ ਅਪਣਾਉਂਦੇ ਆ, ਜਿਹੜੇ ਜੀਵਨ ਦੇ ਵਿੱਚ ਹਮੇਸ਼ਾ ਹੀ ਔਗਣਾਂ ਨੂੰ ਪਾਲ ਕੇ ਰੱਖਦੇ ਆ, ਪਾਤਸ਼ਾਹ ਕਹਿੰਦੇ ਨੇ ਉਹ ਦੁਨੀਆ ਦੇ ਦੱਸਿਆ ਹੋਇਆ ਰਸਤਿਆਂ ਉੱਤੇ ਨਹੀਂ ਚੱਲਦੇ। ਉਹਨਾਂ ਨੂੰ ਆਪਣੇ ਗੁਰੂ ਦਾ ਦੱਸਿਆ ਹੋਇਆ ਮਾਰਗ ਚੰਗਾ ਲੱਗਦਾ ਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਰਾਹ ਸਾਡੇ ਵਾਸਤੇ ਬਣਾਏ ਹੈ, ਜਿਨ੍ਹਾਂ ਰਾਹਾਂ ਉੱਤੇ ਚੱਲਣ ਵਾਸਤੇ ਸਤਿਗੁਰੂ ਨੇ ਸਾਨੂੰ ਉਪਦੇਸ਼ ਕੀਤਾ ਹੈ, ਫਿਰ ਸੱਚ ਨੂੰ ਧਿਆਉਣ ਵਾਲਾ, ਸੱਚ ਦੀ ਸੰਭਾਲ ਕਰਨ ਵਾਲਾ ਜੀਵਨ ਦੇ ਵਿੱਚ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਉਹ ਚੱਲਦੇ ਨੇ। ਫਿਰ ਉਹੀ ਰਾਹ ਅਪਣਾਉਂਦੇ ਨੇ ਜੀਵਨ ਵਿੱਚ, ਜਿਹੜਾ ਗੁਰੂ ਨੇ ਸਾਡੇ ਵਾਸਤੇ ਨਿਸ਼ਚਿਤ ਕੀਤਾ ਹੋਇਆ। ਪਾਤਸ਼ਾਹ ਕਹਿੰਦੇ ਨੇ ਉਨੀ ਦੁਨੀਆ ਤੋੜੇ ਬੰਦਨਾ, ਕਹਿੰਦੇ ਅੰਨ ਪਾਣੀ ਥੋੜਾ ਖਾਇਆ। ਕਹਿੰਦੇ ਜੀਵਨ ਦੇ ਵਿੱਚ ਥੋੜਾ ਖਾਂਦੇ ਆ ਤੇ ਥੋੜਾ ਪੀਂਦੇ ਆ। ਅੰਨ ਪਾਣੀ ਵੀ ਕਹਿੰਦੇ ਥੋੜਾ ਖਾਂਦੇ। ਇਹਦਾ ਅਰਥ ਕੀ ਹੈ ਕਿ ਸੰਸਾਰ ਦੇ ਅੰਦਰ ਉਹ ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਆ। ਉਹ ਦੁਨੀਆ ਦੇ ਖਾਣ ਪੀਣ ਦੇ ਚਸਕਿਆਂ ਵਿੱਚ ਨਹੀਂ ਪੈਂਦੇ। ਹਰ ਵੇਲੇ ਉਹਨਾਂ ਦੀ ਜੀਭ ਜਿਹੜੀ ਚਸਕਿਆਂ ਵਿੱਚ ਖਚਤ ਨਹੀਂ ਰਹਿੰਦੀ। ਜਿਵੇਂ ਸੰਸਾਰ ਦੇ ਅੰਦਰ ਲੋਕ ਕੀ ਕਰਦੇ ਆ, ਜਿਵੇਂ ਅਸੀਂ ਸਮਝਦੇ ਕਿ ਸਾਡਾ ਜਨਮ ਹੀ ਜਿਹੜਾ ਖਾਣ ਵਾਸਤੇ ਹੋਇਆ ਆ, ਤੇ ਸੰਸਾਰ ਦੇ ਅੰਦਰ ਲੋਕ ਖਾਣ ਵਾਸਤੇ ਜਿਉਂਦੇ ਆ, ਨਾ ਕਿ ਜਿਉਣ ਵਾਸਤੇ ਖਾ ਰਹੇ ਆ। ਕਿ ਭਾਈ ਮੇਰਾ ਸਰੀਰ ਤੰਦਰੁਸਤ ਰਵੇ, ਮੈਂ ਇਸ ਕਰਕੇ ਪ੍ਰਸ਼ਾਦਾ ਪਾਣੀ ਛਕਾਂ, ਨਾ ਕਿ ਇਸ ਖਾਣੇ ਵਾਸਤੇ ਆਪਣੇ ਜੀਵਨ ਨੂੰ ਜੀਵ ਕੇ ਰੱਖਾਂ, ਇਹਨੂੰ ਜੀਵਤ ਰੱਖਾਂ। ਪਾਤਸ਼ਾਹ ਕਹਿੰਦੇ ਨੇ ਉਹ ਜੀਵਨ ਦੇ ਅੰਦਰ ਥੋੜਾ ਖਾਂਦੇ ਪੀਂਦੇ, ਭਾਵ ਉਹਨਾਂ ਦਾ ਜੀਵਨ ਸੰਤੋਖੀ ਹੋ ਜਾਂਦਾ ਹੈ। ਉਹ ਸਰੀਰਕ ਦੇ ਨਿਰਵਾਹ ਵਾਸਤੇ ਖਾਂਦੇ ਆ, ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਖਾਂਦੇ ਆ, ਨਾ ਕਿ ਖਾਣ ਵਾਸਤੇ ਜਿਉਂਦੇ ਆ। ਜੀਵਨ 'ਚ ਜਿਹੜੇ ਕਈ ਤਰ੍ਹਾਂ ਦੇ ਚਸਕੇ ਹੁੰਦੇ ਆ, ਕਈ ਤਰ੍ਹਾਂ ਦੇ ਜਿਹੜੇ ਰਸ ਆ, ਉਹ ਖਤਮ ਹੋ ਜਾਂਦੇ ਆ। ਪਾਤਸ਼ਾਹ ਕਹਿੰਦੇ ਨੇ ਫਿਰ ਉਹ ਜੀਵਨ 'ਚ ਮਰੂ ਨਹੀਂ ਕਰਦੇ, ਉਹ ਲਾਲਚ ਵਿੱਚ ਨਹੀਂ ਆਉਂਦੇ। ਉਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਮਾਲਕ ਜੀ ਤੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲਾ ਆ। ਨਿਤ ਦੇਵੈ ਚੜ੍ਹੈ ਸਵਾਇਆ। ਪਾਤਸ਼ਾਹ ਜੀ ਤੂੰ ਸਦਾ ਹੀ ਜੀਵਾਂ ਨੂੰ ਦਾਤਾਂ ਬਖਸ਼ਦਾ ਆ, ਵੱਧ ਤੋਂ ਵੱਧ ਦਾਤਾਂ ਦੇਣ ਵਾਲਾ ਆ। ਵਡਿਆਈ ਵੱਡਾ ਪਾਇਆ। ਪਾਤਸ਼ਾਹ ਕਹਿੰਦੇ ਨੇ ਉਹ ਜਿਹੜੇ ਸੰਤੋਖੀ ਜੀਵਨ ਵਾਲੇ ਨੇ, ਜਿਨ੍ਹਾਂ ਨੇ ਮਨ ਦੇ ਵਿੱਚ ਸੱਚ ਦੀ ਸੰਭਾਲ ਕੀਤੀ, ਗੁਰੂ ਪਿਆਰ ਵਾਲਿਓ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਸੰਤੋਖੀ ਮਨੁੱਖ ਜੀਵਨ ਦੇ ਵਿੱਚ ਉਸ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹੜਾ ਸਦਾ ਰਹਿਣ ਵਾਲਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਹਨਾਂ ਦਾ ਨਾਤਾ ਸੱਚ ਨਾਲ ਬਣ ਜਾਂਦਾ ਨਾ, ਜੀਵਨ 'ਚ ਸੱਚ ਆ ਗਿਆ। ਹੁਣ ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਜਿਨ੍ਹਾਂ ਨੇ ਜੀਵਨ 'ਚ ਸੱਚ ਦੀ ਸੰਭਾਲ ਕਰ ਲਈ, ਉਹ ਬ੍ਰਹਮ ਗਿਆਨੀ ਬਣ ਜਾਂਦੇ ਆ। ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਪ੍ਰਾਪਤ ਕਰਨ ਵਾਲੇ। ਬ੍ਰਹਮ ਕਿਹੜਾ? ਅਕਾਲ ਪੁਰਖ ਵਾਹਿਗੁਰੂ। ਉਹਨਾਂ ਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੋ ਜਾਂਦਾ, ਸਮਝ ਆ ਜਾਂਦੀ ਆ ਕਿ ਉਹ ਪਰਮੇਸ਼ਰ ਜਿਹੜਾ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਹੈ, ਰਮਿਆ ਹੋਇਆ ਆ। ਉਹ ਮੇਰੇ ਆਪਣੇ ਪਰਿਵਾਰ ਦੇ ਵਿੱਚ ਵੀ ਆ, ਮੇਰੇ ਦੋਸਤਾਂ ਮਿੱਤਰਾਂ, ਮੇਰੇ ਸੰਸਾਰ ਵਿੱਚ ਵੀ ਆ, ਇਹਨਾਂ ਲੋਕਾਂ ਵਿੱਚ ਵੀ ਆ। ਉਹ ਹਰੇਕ ਵਿੱਚ ਉਸ ਮਾਲਕ ਨੂੰ ਵੇਖਦਾ ਆ, ਹਰੇਕ ਵਿੱਚ ਉਸ ਮਾਲਕ ਦੀ ਜੋਤ ਉਸ ਮਨੁੱਖ ਨੂੰ ਨਜ਼ਰ ਆਉਂਦੀ ਆ, ਜਿਹੜਾ ਜੀਵਨ ਦੇ ਵਿੱਚ ਸੱਚ ਨੂੰ ਸੰਭਾਲਦਾ ਆ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਸੱਚੋ ਉਰੈ ਸਭ ਕੋ ਉਪਰ ਸੱਚ ਅਚਾਰ। ਮਾਲਕ ਜੀ ਕਹਿੰਦੇ ਨੇ ਸੱਚੋ ਉਰੈ ਸਭ ਕੋ, ਕਹਿੰਦੇ ਸੱਚ ਤੋਂ ਉਰੇ ਜਿੰਨੇ ਵੀ ਤੂੰ ਕਰਮ ਕਰ ਰਿਹਾ ਨਾ, ਸੱਚ ਨੂੰ ਛੱਡ ਕੇ। ਮਾਲਕ ਜੀ ਕਹਿੰਦੇ ਨੇ ਇਹ ਸਾਰੇ ਕਰਮ ਜਿਹੜੇ ਕਹਿੰਦੇ ਘਟੀਆਂ ਨੇ, ਭਾਵ ਕਿ ਇੰਨੇ ਵਧੀਆ ਨਹੀਂ, ਇਹ ਤੇਰੇ ਜੀਵਨ ਨੂੰ ਸੱਚ ਨਾਲ ਦੂਰ ਕਰਨ ਵਾਲੇ ਆ। ਉਪਰ ਸੱਚ ਅਚਾਰ, ਕਹਿੰਦੇ ਇਹਨਾਂ ਸਾਰੇ ਕਰਮਾਂ ਧਰਮਾਂ ਨਾਲੋਂ ਕਹਿੰਦੇ ਸਭ ਤੋਂ ਸ੍ਰੇਸ਼ਟ ਕੀ ਆ? ਕਹਿੰਦੇ ਸੱਚ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸੱਚਾ ਜੀਵਨ ਜਿਹੜਾ ਸ੍ਰੇਸ਼ਟ ਹੈ। ਸਦਾ ਰਹਿਣ ਵਾਲੇ ਗੁਣ ਕਹਿੰਦੇ ਸ੍ਰੇਸ਼ਟ ਹਨ। ਹੁਣ ਜਿਹੜਾ ਮਨੁੱਖ ਆਪਣੇ ਜੀਵਨ ਦੇ ਅੰਦਰ ਕਹਿੰਦੇ ਸੱਚ ਨੂੰ ਸਭ ਤੋਂ ਉੱਪਰ ਮੰਨਦਾ ਆ,
ਮਾਲਿਕ ਜੀ ਕਹਿੰਦੇ ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ। ਮਾਲਿਕ ਜੀ ਕਹਿੰਦੇ ਫਿਰ ਉਹ ਕਰਮ ਕਾਂਡਾਂ ਦੇ ਜਾਲ ਵਿੱਚ ਫਸ ਗਏ, ਕਿਸੇ ਨੂੰ ਵੀ ਉੱਚਾ ਨੀਵਾਂ ਨਹੀਂ ਆਖਦੇ। ਉਹ ਫਿਰ ਜਾਤ ਦੇ ਪਾਤ ਦੇ ਤੌਰ ਉੱਤੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਤੇ ਨਾ ਹੀ ਕਿਸੇ ਨੂੰ ਨੀਵਾਂ ਕਹਿੰਦੇ ਆ, ਕਿਉਂਕਿ ਉਹਨਾਂ ਨੂੰ ਸੱਚ ਜੀਵਨ 'ਚ ਸੰਭਾਲ ਕਰਕੇ ਸੱਚ ਦੀ ਸਮਝ ਆ ਜਾਂਦੀ, ਉਹਨਾਂ ਨੂੰ ਬਰਾਬਰ ਵੇਖਣਾ ਆ ਜਾਂਦਾ ਆ। ਉਹ ਜੀਵਨ 'ਚ ਅੰਦਰ ਇਹ ਗੱਲ ਸਮਝਦੇ ਆ, ਇੱਕ ਨਾ ਭਾਂਡੇ ਸਾਜਿਆ ਇੱਕ ਚਾਨਣ ਤਹਿ ਲੋਏ। ਉਹ ਸਮਝਦੇ ਨੇ ਕਿ ਭਲਿਆ ਇਹ ਜਿਹੜਾ ਸਾਰਾ ਸੰਸਾਰ ਨਾ ਮਾਲਕ ਨੇ ਰਚਿਆ ਹੋਇਆ। ਮਾਲਿਕ ਜੀ ਕਹਿੰਦੇ ਇਹ ਸਾਰੇ ਇੱਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹੋਏ ਆ। ਇਹ ਸਾਰੇ ਜਿੰਨੇ ਵੀ ਭਾਂਡੇ ਆ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ ਹੋਏ ਆ। ਗੁਰੂ ਪਿਆਰ ਵਾਲੀ ਜਿਹੜਾ ਘੁਮਿਆਰ ਹੁੰਦਾ ਨਾ, ਉਹਨੇ ਮਿੱਟੀ ਦੇ ਭਾਂਡੇ ਬਣਾਉਂਦਾ, ਕੋਈ ਗਲਾਸ ਬਣਾਇਆ ਹੁੰਦਾ, ਕੋਈ ਉਹਨੇ ਜਿਹੜਾ ਕਿ ਚਾਟੀ ਬਣਾਈ ਹੁੰਦੀ, ਕੋਈ ਉਹਨੇ ਜਿਹੜਾ ਕਿ ਹੋਰ ਜਿਹੜੇ ਮਿੱਟੀ ਦੇ ਭਾਂਡੇ ਕਈ ਤਰ੍ਹਾਂ ਦੇ ਜਿਹੜੇ ਉਹਨੇ ਤਿਆਰ ਕੀਤੇ ਹੁੰਦੇ। ਵੇਖਣ ਨੂੰ ਸ਼ਕਲਾਂ ਆਕਾਰ ਵੇਖਣ ਨੂੰ ਸਾਰੇ ਵੱਖੋ ਵੱਖਰੇ ਆ, ਪਰ ਹੈ ਸਾਰੇ ਮਿੱਟੀ ਦੇ ਆ। ਪਰ ਹੈ ਸਾਰਿਆਂ ਵਿੱਚ ਪਾਣੀ ਪਿਆ, ਸਾਰਿਆਂ ਵਿੱਚ ਮਿੱਟੀ ਪਈ, ਸਾਰਿਆਂ ਨੂੰ ਅੱਗ 'ਚ ਤਪਾਇਆ ਗਿਆ। ਪਰ ਗੁਰੂ ਪਿਆਰ ਵਾਲੇ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਦੀਆਂ ਸ਼ਕਲਾਂ ਵੇਖਣ ਨੂੰ ਵੱਖੋ ਵੱਖਰੀਆਂ, ਰੂਪ ਰੰਗ ਆਕਾਰ ਵੇਖਣ ਨੂੰ ਵੱਖਰੇ ਲੱਗਦੇ ਆ, ਪਰ ਅੰਦਰੋਂ ਸਾਰੇ ਅਸੀਂ ਇੱਕ ਹਾਂ। ਸਾਡੇ ਹਿਰਦੇ ਅੰਦਰ ਸਿਰਫ ਇੱਕ ਮਾਲਕ ਦਾ ਵਾਸਾ ਹੈ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਜਿਨ੍ਹਾਂ ਦੀ ਪ੍ਰੀਤ, ਜਿਨ੍ਹਾਂ ਨੇ ਜੀਵਨ 'ਚ ਸੱਚ ਵਸਾ ਲਿਆ, ਸੱਚ ਨਾਲ ਜੀਵਨ ਜੁੜ ਗਿਆ, ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨਾ ਆਵੇ ਜਾਏ। ਕਹਿੰਦੇ ਜਿਨ੍ਹਾਂ ਦਾ ਸੱਚ ਦੇ ਨਾਲ ਪਿਆਰ ਬਣ ਜਾਂਦਾ ਆ, ਉਹ ਜੀਵਨ ਦੇ ਵਿੱਚ ਨਾ ਕਦੇ ਮਰਦੇ ਆ ਤੇ ਨਾ ਕਦੇ ਜੰਮਦੇ ਆ। ਆਤਮਿਕ ਤੌਰ ਉੱਤੇ ਉਹ ਕਦੇ ਵੀ ਖਤਮ ਨਹੀਂ ਹੁੰਦੇ, ਸਦਾ ਵਾਸਤੇ ਜਿਉਂਦੇ ਰਹਿੰਦੇ ਨੇ ਜਿਨ੍ਹਾਂ ਨੇ ਸੱਚ ਦੇ ਨਾਲ ਪ੍ਰੀਤ ਪਾ ਲਈ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਸੱਚ ਦੀ ਸੰਭਾਲ ਕਰ ਲਈ ਨਾ, ਸਾਡੇ ਮਨ ਨੇ ਸੱਚ ਨੂੰ ਸਾਂਭ ਲਿਆ। ਪਾਤਸ਼ਾਹ ਕਹਿੰਦੇ ਨੇ ਸੱਚ ਕਾਗਦ ਕਲਮ ਮਸਵਾਣੀ। ਪਾਤਸ਼ਾਹ ਕਹਿੰਦੇ ਨੇ ਉਹਨਾਂ ਮਨੁੱਖਾਂ ਦਾ ਕਾਗਜ਼ ਵੀ ਸਫਲਾ ਹੈ, ਉਹਨਾਂ ਦੀ ਕਲਮ ਵੀ ਸਫਲੀ ਹੈ, ਉਹਨਾਂ ਦੀ ਦਵਾਤ ਵੀ ਸਫਲੀ ਹੈ। ਕਿਹਨਾਂ ਦੀ? ਸੱਚ ਲਿਖ ਸੱਚ ਸਮਾ ਬਣਿਆ। ਕਹਿੰਦੇ ਜਿਨ੍ਹਾਂ ਨੇ ਸੱਚ ਲਿਖ ਕੇ ਸੱਚ ਦੇ ਵਿੱਚ ਸਮਾ ਜਾਂਦੇ ਨੇ। ਸੰਸਾਰ ਦੇ ਵਿੱਚ ਅੱਜ ਵੇਖੋ ਕਿੰਨੇ ਲੋਕ ਲਿਖਣ ਵਾਲੇ ਬੈਠੇ ਹੋਏ ਆ, ਪਰ ਗੁਰੂ ਪਿਆਰ ਵਾਲਿਓ ਜਿਹੜੇ ਝੂਠ ਲਿਖਦੇ ਨੇ, ਉਹਨਾਂ ਦੀ ਕਲਮ ਵੀ ਝੂਠੀ ਆ, ਕਾਗਜ਼ ਵੀ ਝੂਠਾ ਤੇ ਦਵਾਤ ਵੀ ਝੂਠੀ ਆ। ਜਿਹੜੇ ਹਮੇਸ਼ਾ ਹੀ ਮਾੜਾ ਲਿਖਦੇ ਨੇ, ਗੰਦਾ ਲਿਖਦੇ ਨੇ, ਗਲਤ ਲਿਖਦੇ ਨੇ, ਤੇ ਉਹ ਸਦਾ ਰਹਿਣ ਵਾਲਾ ਨਹੀਂ, ਉਹ ਨਾਸ਼ ਹੋ ਜਾਂਦਾ ਹੈ। ਤੇ ਗੁਰੂ ਪਿਆਰ ਵਾਲਿਓ ਜਿਹੜੇ ਸੱਚ ਲਿਖਦੇ ਆ, ਆਪਣੀ ਕਲਮ ਦੇ ਨਾਲ ਸੱਚ ਲਿਖਦੇ ਆ, ਉਹ ਹਮੇਸ਼ਾ ਹੀ ਗੁਰੂ ਪਿਆਰ ਵਾਲਿਓ ਆਪਣੇ ਜੀਵਨ 'ਚ ਸਫਲੇ ਹੁੰਦੇ ਨੇ। ਤੇ ਉਹਨਾਂ ਦੀ ਦਵਾਤ, ਕਲਮ, ਕਾਗਜ਼ ਉਹ ਵੀ ਸਭ ਸਫਲਾ ਆ, ਕਿਉਂਕਿ ਜੀਵਨ 'ਚ ਉਹਨਾਂ ਨੇ ਸੱਚ ਲਿਖਿਆ। ਗੁਰੂ ਪਿਆਰ ਵਾਲਿਓ ਵੇਖੋ, ਗੁਰੂ ਸਾਹਿਬਾਨਾਂ ਨੇ ਆਪਣੀ ਕਲਮ ਦੇ ਨਾਲ, ਸਿਆਹੀ ਦੇ ਨਾਲ ਸੱਚ ਲਿਖਿਆ। ਅੱਜ ਗੁਰਬਾਣੀ ਸਾਡੇ ਕੋਲ ਲਿਖੀ ਹੋਈ ਆ। ਇਹ ਸੱਚ ਜਿਹੜਾ ਲਿਖਿਆ ਹੋਇਆ ਇਹ ਸਦਾ ਰਹਿਣ ਵਾਲਾ ਆ। ਇਸ ਸੱਚ ਅੱਗੇ ਅਸੀਂ ਝੁਕਦੇ ਆ, ਆਪਣੀ ਸੀਸ ਨੂੰ ਝੁਕਾਉਂਦੇ ਆ, ਤੇ ਜਿਹੜਾ ਵੀ ਇਸ ਸੱਚ ਨਾਲ ਜੁੜੇਗਾ ਉਹਦਾ ਜੀਵਨ ਵੀ ਸੱਚਾ ਬਣੇਗਾ। ਪਾਤਸ਼ਾਹ ਜੀ ਦਾ ਬਚਨ ਆ, ਮਾਲਿਕ ਜੀ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ। ਮਾਲਿਕ ਜੀ ਕਹਿੰਦੇ ਨੇ ਕਿ ਨਾਨਕ ਦੀ ਬਾਣੀ ਜਿਹੜੀ ਨਾ ਉਹ ਸੱਚ ਕਹਿੰਦੀ ਆ, ਸੱਚ ਸੁਣਾਈ ਤੀ ਤੇ ਸੱਚ ਸੁਣਾਉਂਦੀ ਆ, ਸੱਚ ਕੀ ਬੇਲਾ। ਪਾਤਸ਼ਾਹ ਜੀ ਕਹਿੰਦੇ ਨੇ ਉਸ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਆ, ਇਹ ਵਿਚਾਰ ਆ, ਇਹ ਜਿਹੜੀ ਗੁਰਬਾਣੀ ਹੈ ਹਮੇਸ਼ਾ ਸੱਚ ਸੁਣਾਉਂਦੀ ਤੇ ਸੱਚ ਸੁਣਾਉਂਦੀ ਰਹੇਗੀ। ਤੇ ਗੁਰੂ ਪਿਆਰ ਵਾਲਿਓ ਜਿਹੜੀਆਂ ਕਲਮਾਂ ਚੰਗਾ ਲਿਖਦੀਆਂ ਨੇ, ਸੋਹਣਾ ਲਿਖਦੀਆਂ, ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦਈਏ। ਹੁਣ ਬਹੁਤ ਸਾਰੇ ਸਿੰਗਰ ਆ ਜਿਹੜੇ ਕੂੜ ਕਵਾੜ ਲਿਖਦੇ ਆ, ਜਿਹੜੇ ਝੂਠ ਲਿਖਦੇ ਆ, ਜਿਹੜੇ ਮਾੜਾ ਲਿਖਦੇ ਆ। ਤੇ ਗੁਰੂ ਪਿਆਰ ਵਾਲਿਓ ਤੁਸੀਂ ਵੇਖੋ, ਮਾੜਾ ਜਿਹੜੇ ਲਿਖਦੇ ਨੇ, ਜਿਹੜੇ ਗਲਤ ਲਿਖਦੇ ਨੇ, ਉਹਨਾਂ ਦੇ ਮਗਰ ਕਿੰਨੇ ਲੋਕ ਖੜੇ ਨੇ, ਕਿਉਂਕਿ ਉਹਨਾਂ ਦੇ ਮਗਰ ਝੂਠ ਖੜਾ ਆ।
ਜੇ ਇੱਕ ਮਨੁੱਖ ਝੂਠਾ ਨਾ ਤੇ ਉਹਦਾ ਸਾਥ ਦੇਣ ਵਾਲੇ ਜੇਕਰ ਹੋਰ ਵੀ ਖੜੇ ਹੋ ਜਾਣ ਉਹ ਵੀ ਝੂਠੇ ਆ। ਕਿਉਂਕਿ ਜੇਕਰ ਅਸੀਂ ਇਹਦਾ ਅਰਥ ਕੀ ਅਸੀਂ ਉਸ ਝੂਠ ਦਾ ਸਾਥ ਦੇ ਰਹੇ ਹਾਂ, ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟਾ ਰਹੇ ਹਾਂ। ਪਰ ਜੇਕਰ ਸੱਚ ਲਿਖਣ ਵਾਲੇ ਜਿਹੜੇ ਸੰਸਾਰ ਦੇ ਅੰਦਰ ਲੋਕ ਆ ਉਹਨਾਂ ਦੇ ਨਾਲ ਖੜਨ ਵਾਲੇ ਕੋਈ ਨਹੀਂ ਹੈ। ਇਸ ਕਰਕੇ ਗੁਰੂ ਪਿਆਰ ਵਾਲਿਓ, ਇੱਕ ਪਾਸੇ ਅਸੀਂ ਇਹ ਗੱਲ ਤਾਂ ਕਹਿੰਦੇ ਹਾਂ ਕਿ ਭਾਈ ਚੰਗਾ ਲਿਖਣਾ ਚਾਹੀਦਾ, ਚੰਗਾ ਬੋਲਣਾ ਚਾਹੀਦਾ ਤੇ ਗੰਦੇ ਗੀਤ ਵੀ ਨਹੀਂ ਆਉਣੇ ਚਾਹੀਦੇ, ਸਿੰਗਰਾਂ ਨੂੰ ਵੀ ਚੰਗਾ ਲਿਖਣਾ ਚਾਹੀਦਾ। ਗੁਰੂ ਪਿਆਰ ਵਾਲਿਓ, ਸਿੰਗਰ ਵੀ ਜਿਹੜੇ ਸਾਡੀ ਚਾਹਤ ਨੂੰ ਵੇਖ ਕੇ ਲਿਖਦੇ ਆ, ਕਿਉਂਕਿ ਲੋਕ ਜੇਕਰ ਗੰਦਾ ਸੁਣਦੇ ਆ ਤੇ ਉਹ ਲਿਖਦੇ ਤਾਂ ਹੀ ਗੰਦਾ ਆ। ਕਿਉਂਕਿ ਅਸੀਂ ਸਪੋਰਟ ਹਮੇਸ਼ਾ ਗੰਦਗੀ ਨੂੰ ਕਰਦੇ ਆ, ਮਾੜੇ ਲਿਖੇ ਹੋਏ ਨੂੰ ਸਪੋਰਟ ਕਰਦੇ ਆ। ਤੇ ਗੁਰੂ ਪਿਆਰ ਵਾਲਿਓ, ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਜਿਸ ਕਰਕੇ ਉਹ ਵੇਖਦੇ ਆ ਕਿ ਸਾਡੇ ਗਾਣੇ ਨੂੰ ਕਿੰਨਿਆਂ ਨੇ ਸੁਣਿਆ, ਕਿੰਨੇ ਮਿਲੀਅਨ ਹੋ ਗਏ, ਕਿੰਨੇ ਕਰੋੜਾਂ ਲੋਕ ਸਾਡੇ ਗਾਣਿਆਂ ਨੂੰ ਸੁਣਦੇ। ਕੋਈ ਧਾਰਮਿਕ ਗਾਣਾ ਆਵੇ ਉਹਨੂੰ ਇੰਨੇ ਜ਼ਿਆਦਾ ਲੋਕ ਨਹੀਂ ਸੁਣਦੇ। ਇੱਕ ਦਿਨ ਵਿੱਚ 10 ਲੱਖ ਲੋਕ ਤਾਂ ਬਹੁਤ ਜ਼ਿਆਦਾ ਕਹਿ ਦਿੱਤੇ, ਇਹ ਤੋਂ ਵੀ ਘੱਟ ਲੋਕ ਸੁਣਦੇ ਨੇ। ਪਰ ਕੋਈ ਜੇ ਸਿੰਗਰ ਗੰਦਾ ਗਾਣਾ ਕੱਢਦਾ ਆ ਤੇ ਉਹਨੂੰ ਇੱਕ ਦਿਨ ਵਿੱਚ ਕਰੋੜਾਂ ਲੋਕ ਜਿਹੜੇ ਸੁਣ ਲੈਂਦੇ ਆ। ਫਿਰ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਕਿ ਜੇਕਰ ਅਸੀਂ ਆਹ ਗੱਲ ਪੇਸ਼ ਕਰਾਂਗੇ ਇਹਦੇ ਨਾਲ ਸਾਡਾ ਸਿੱਕਾ ਚੱਲੇਗਾ, ਇਹਦੇ ਨਾਲ ਸਾਡੀ ਕਮਾਈ ਹੋਵੇਗੀ। ਤੇ ਗੁਰੂ ਪਿਆਰ ਵਾਲਿਓ, ਇਹ ਸਾਡੇ ਤੇ ਡਿਪੈਂਡ ਕਰਦਾ। ਜੇਕਰ ਅਸੀਂ ਮਾੜਾ ਸੁਣਨਾ ਬੰਦ ਕਰ ਦਈਏ ਤੇ ਅਗਲੇ ਲਿਖਣਾ ਵੀ ਮਾੜਾ ਬੰਦ ਕਰ ਦੇਣਗੇ, ਕਿਉਂਕਿ ਪਤਾ ਹੈ ਕਿ ਸਾਡੀ ਕੋਈ ਮਾੜੀ ਗੱਲ ਸੁਣਦਾ ਨਹੀਂ, ਇਸ ਕਰਕੇ ਅਸੀਂ ਮਾੜਾ ਲਿਖਣਾ ਨਹੀਂ। ਤੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਜੀਵਨ ਦੇ ਅੰਦਰ ਸੱਚ ਦੇ ਨਾਲ ਸਾਂਝ ਪਾ ਲਈ, ਉਹਨਾਂ ਦਾ ਲਿਖਣਾ ਬੋਲਣਾ, ਉਹਨਾਂ ਦਾ ਜਿਹੜਾ ਸੁਣਨਾ ਵੀ ਜਿਹੜਾ ਸਫਲ ਆਇਆ। ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਜਿਹੜਾ ਸੱਚ ਦੀ ਸਮਝ ਕਿਹਨੂੰ ਆਉਂਦੀ ਆ? ਮਾਲਿਕ ਜੀ ਕਹਿੰਦੇ ਸੱਚ ਤਾਂ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ। ਮਾਲਿਕ ਜੀ ਕਹਿੰਦੇ ਸੱਚ ਦੀ ਸਮਝ ਉਸੇ ਨੂੰ ਹੀ ਆਉਂਦੀ ਆ ਜਿਹਦੇ ਹਿਰਦੇ ਵਿੱਚ ਸੱਚ ਹੈ। ਸੱਚ ਦਾ ਅਰਥ ਕੀ ਆ? ਅਸਲੀਅਤ। ਹੁਣ ਜਦੋਂ ਕਿਸੇ ਦੀ ਅਸਲੀਅਤ ਸਮਝ ਸਾਹਮਣੇ ਆ ਜਾਵੇ, ਅਸੀਂ ਕਹਿੰਦੇ ਇਸ ਬੰਦੇ ਦਾ ਸੱਚ ਜਿਹੜਾ ਸਾਹਮਣੇ ਆ ਗਿਆ, ਪਤਾ ਲੱਗ ਗਿਆ ਇਹਦੀ ਅਸਲੀਅਤ, ਜਿਹੜੀ ਅਸਲੀ ਚੀਜ਼ ਸੀ ਨਾ ਉਹ ਸਾਹਮਣੇ ਆ ਗਈ। ਪਹਿਲਾਂ ਤਾਂ ਉਹ ਸਿਰਫ ਗੋਲਮਾਲੀ ਗੱਲ ਕਰਦਾ ਸੀ, ਪਹਿਲਾਂ ਉਹ ਝੂਠ ਬੋਲਦਾ ਸੀ, ਉਹਨੇ ਸੱਚ ਦੇ ਉੱਤੇ ਪਤਾ ਨਹੀਂ ਕਿੰਨੇ ਪਰਦੇ ਪਾਏ ਹੋਏ ਸੀਗੇ, ਕਿੰਨਾ ਝੂਠ ਸੀਗਾ। ਪਰ ਜਦੋਂ ਉਹਦਾ ਸੱਚ ਸਾਹਮਣੇ ਆ ਜਾਂਦਾ, ਅਸਲੀਅਤ ਆ ਜਾਂਦੀ, ਸਾਨੂੰ ਉਹਦੇ ਬਾਰੇ ਪਤਾ ਲੱਗ ਜਾਂਦਾ ਆ। ਪਾਤਸ਼ਾਹ ਕਹਿੰਦੇ ਸੱਚ ਦੀ ਸਮਝ ਤਦੋਂ ਆਵੇਗੀ ਜਦੋਂ ਤੇਰੇ ਹਿਰਦੇ ਵਿੱਚ ਸੱਚ ਹੋਵੇਗਾ। ਕੂੜ ਕੀ ਮਲ ਉਤਰੇ। ਪਾਤਸ਼ਾਹ ਕਹਿੰਦੇ ਫਿਰ ਵੇਖ ਤੇਰੇ ਜੀਵਨ ਦੇ ਅੰਦਰ ਸੱਚ ਦੀ ਸਮਝ ਆ ਗਈ, ਕਹਿੰਦੇ ਫਿਰ ਤੇਰਾ ਕੂੜ ਕੀ ਮਲ ਉਤਰੇ। ਕਹਿੰਦੇ ਜਿਹੜੀ ਝੂਠ ਦੀ ਮੈਲ ਨਾ ਉਹ ਤੇਰੇ ਜੀਵਨ ਵਿੱਚੋਂ ਉਤਰ ਜਾਵੇਗੀ। ਤਨ ਕਰੇ ਹੱਛਾ ਧੋਏ। ਕਹਿੰਦੇ ਤੇਰਾ ਤਨ ਵੀ ਜਿਹੜਾ ਤੇਰੇ ਜਿਹੜੇ ਸਰੀਰਕ ਇੰਦਰੇ ਆ ਜਿਹੜੇ ਗੰਦੇ ਪਾਸੇ ਜਾ ਰਹੇ ਸਨ, ਮਾਲਿਕ ਜੀ ਕਹਿੰਦੇ ਉਹ ਵੀ ਧੁੱਪ ਕੇ ਸਾਫ਼ ਹੋ ਜਾਣਗੇ, ਉਹ ਵੀ ਨਿਰਮਲ ਹੋ ਜਾਣਗੇ ਜਦੋਂ ਤੇਰੇ ਜੀਵਨ 'ਚ ਸੱਚ ਆ ਜਾਵੇਗਾ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਕਹਿੰਦੇ ਸੱਚ ਨੂੰ ਤੂੰ ਤਾਂ ਹੀ ਜਾਣੇਗਾ ਨਾ ਜੇਕਰ ਤੇਰੇ ਮਨ ਵਿੱਚ ਪਿਆਰ ਹੈ, ਕਿਸੇ ਚੀਜ਼ ਦੇ ਨਾਲ ਸਾਡਾ ਪਿਆਰ ਹੋਵੇ, ਸਾਡੇ ਮਨ ਵਿੱਚ ਚਾਹਤ ਹੋਵੇ, ਤਾਂਘ ਹੋਵੇ, ਫਿਰ ਹੀ ਅਸੀਂ ਉਹਨੂੰ ਜਾਣਨ ਦੀ ਇੱਛਾ ਰੱਖਦੇ ਹਾਂ ਕਿ ਭਾਈ ਇਸ ਬਾਰੇ ਮੈਂ ਜਾਣਨਾ ਆ, ਮੇਰੀ ਇਹਦੇ ਨਾਲ ਸਾਂਝ ਹੈ, ਮੈਂ ਇਹਦੇ ਬਾਰੇ ਪੂਰਾ ਜਾਣਨਾ ਚਾਹੁੰਦਾ ਹਾਂ। ਜੇ ਸਾਡਾ ਸੱਚ ਨਾਲ ਪਿਆਰ ਹੋਵੇਗਾ ਫਿਰ ਹੀ ਅਸੀਂ ਸੱਚ ਬਾਰੇ ਜਾਣਾਂਗੇ। ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦੁਆਰ। ਪਾਤਸ਼ਾਹ ਕਹਿੰਦੇ ਨੇ ਉਹਨਾਂ ਮਨੁੱਖਾਂ ਦਾ ਮਨ ਕਹਿੰਦੇ ਖਿੜ ਜਾਂਦਾ ਆ। ਮਾਲਿਕ ਜੀ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਜਿਹੜੇ ਜੀਵਨ ਦੇ ਅੰਦਰ ਸੱਚ ਨਾਲ ਪਿਆਰ ਕਰਦੇ ਨੇ। ਸੱਚ ਤਾਂ ਪਰ ਜਾਣੀਐ ਜਾ ਜੁਗਤ ਜਾਣੇ ਜੀਓ। ਮਾਲਿਕ ਜੀ ਕਹਿੰਦੇ ਸੱਚ ਦੀ ਸਮਝ ਤਾਂ ਹੀ ਆਉਂਦੀ ਆ ਜੇਕਰ ਮਨੁੱਖ ਨੂੰ ਆਪਣਾ ਜੀਵਨ ਮਾਲਿਕ ਦੇ ਗੁਣਾਂ ਦੇ ਮੁਤਾਬਕ ਗੁਜ਼ਾਰਨਾ ਆਉਂਦਾ ਹੋਵੇ। ਜੇਕਰ ਤੈਨੂੰ ਜੀਵਨ ਜਿਉਣ ਦਾ ਚੱਜ ਹੋਵੇ, ਜੇਕਰ ਤੈਨੂੰ ਜੀਵਨ ਜਿਉਣ ਦੀ ਜੁਗਤੀ ਹੋਵੇ, ਸਮਝ ਹੋਵੇ। ਇਹ ਚੱਜ ਕਿੱਥੋਂ ਮਿਲਣਾ? ਗੁਰ ਮਿਲ ਚੱਜ ਅਚਾਰ ਸਿੱਖ। ਗੁਰੂ ਨੂੰ ਮਿਲ ਕੇ ਆਪਣੇ ਜੀਵਨ ਜਿਉਣ ਦਾ ਚੱਜ ਸਿੱਖ, ਤੈਨੂੰ ਜੀਵਨ ਜਿਉਣਾ ਆ ਜਾਵੇ। ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ। ਪਾਤਸ਼ਾਹ ਕਹਿੰਦੇ ਨੇ
ਆ ਸਰੀਰ ਰੂਪੀ ਧਰਤੀ ਕਹਿੰਦੇ ਤਿਆਰ ਕਰ ਲਾ, ਇਹਦੇ ਵਿੱਚ ਮਾਲਕ ਦੇ ਨਾਮ ਦਾ ਬੀਜ ਪਾ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਕਹਿੰਦੇ ਸੱਚ ਦੀ ਪਰਖ ਤਦੋਂ ਹੁੰਦੀ ਆ, ਸੱਚ ਬਾਰੇ ਤਾਂ ਜਾਣੇਗਾ ਜਦੋਂ ਤੂੰ ਗੁਰੂ ਦੀ ਸਿੱਖਿਆ ਜੀਵਨ ਚ ਲਵੇਂਗਾ। ਗੁਰੂ ਦੀ ਸਿੱਖਿਆ ਆਵੇਗੀ ਤੇ ਤੇਰਾ ਜੀਵਨ ਸੱਚ ਨਾਲ ਜੁੜ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਕਹਿੰਦੇ ਸੱਚ ਨਾਲ ਤੇਰਾ ਨਾਤਾ ਉਦੋਂ ਜੁੜੇਗਾ ਜਦੋਂ ਤੂੰ ਅੰਦਰਲੇ ਤੀਰਥ ਉੱਤੇ ਟਿਕ ਜਾਵੇਂਗਾ। ਤੇਰੇ ਅੰਦਰ ਜਿਹੜਾ ਨਾਮ ਦਾ ਤੀਰਥ ਨਾ, ਪਰਮੇਸ਼ਰ ਦੇ ਗੁਣਾਂ ਦਾ ਤੀਰਥ, ਜਦੋਂ ਉਹਦੇ ਵਿੱਚ ਇਸ਼ਨਾਨ ਕਰੇਗਾ ਨਾ, ਫਿਰ ਤੇਰੀ ਸੱਚ ਨਾਲ ਸਾਂਝ ਬਣੇਗੀ। ਪਾਤਸ਼ਾਹ ਜੀ ਕਹਿੰਦੇ ਨੇ ਸੱਚ ਸਭਨਾ ਹੋਏ ਦਾਰੂ, ਮਾਲਕ ਜੀ ਕਹਿੰਦੇ ਤੇਰੇ ਸਾਰੇ ਦੁੱਖਾਂ ਦਾ ਇਲਾਜ ਕੀ ਆ? ਸੱਚ। ਸੱਚ ਜਿਹੜਾ ਨਾ ਸਾਰੇ ਦੁੱਖਾਂ ਦਾ ਦਾਰੂ ਆ। ਜਦੋਂ ਜੀਵਨ 'ਚ ਸੱਚ ਦਾ ਦਾਰੂ ਆਵੇਗਾ ਨਾ, ਸੱਚ ਰੂਪੀ ਦਵਾਈ ਆ ਜਾਵੇਗੀ ਤੇਰੇ ਜੀਵਨ 'ਚ, ਤੂੰ ਜੀਵਨ ਦੇ ਵਿੱਚ ਪੀ ਲਵੇਂਗਾ ਸੱਚ ਦੀ ਦਾਰੂ, ਸੱਚ ਦੀ ਦਵਾਈ। ਪਾਤਸ਼ਾਹ ਕਹਿੰਦੇ ਨੇ ਪਾਪ ਕੱਢੈ ਧੋਏ, ਕਹਿੰਦੇ ਤੇਰਾ ਜੀਵਨ ਪਾਪਾਂ ਤੋਂ ਰਹਿਤ ਹੋ ਜਾਵੇਗਾ। ਤੇਰੇ ਜੀਵਨ ਦੇ ਅੰਦਰ ਸਾਰੇ ਪਾਪ ਧੋਤੇ ਜਾਣ ਕੇ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਪਾਤਸ਼ਾਹ ਕਹਿੰਦੇ ਨੇ ਨਾਨਕ ਬੇਨਤੀ ਕਰਦਾ ਆ ਕਿ ਜਿਨ੍ਹਾਂ ਦੇ ਪੱਲੇ ਸੱਚ ਹੈ ਉਹੀ ਜੀਵਨ ਦੇ ਅੰਦਰ ਕਹਿੰਦੇ ਸਫਲੇ ਹੁੰਦੇ ਨੇ, ਉਹੀ ਮਨੁੱਖ। ਪਾਤਸ਼ਾਹ ਜੀ ਦਾ ਬਚਨ ਨਾ ਸੁੱਚੇ ਇਹ ਨਾ ਆਖੀਨ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਿ ਕੇਵਲ ਸਰੀਰ ਨੂੰ ਧੋ ਲੈਣਾ ਉਹਨੂੰ ਸੁੱਚਾ ਨਹੀਂ ਆਖਿਆ ਜਾ ਸਕਦਾ। ਸੁੱਚਾ ਉਹੀ ਆ ਜਿਹੜਾ ਜੀਵਨ 'ਚ ਸੱਚ ਨੂੰ ਲੈ ਕੇ ਬੈਠਾ ਹੋਇਆ ਆ, ਜਿਹੜਾ ਜੀਵਨ ਦੇ ਵਿੱਚ ਸੱਚ ਦੇ ਨਾਲ ਸਾਂਝ ਪਾ ਕੇ ਬੈਠਾ। ਤੇ ਗੁਰੂ ਪਿਆਰ ਵਾਲਿਓ, ਜਿਨ੍ਹਾਂ ਅੰਦਰ ਸੱਚ ਆ ਗਿਆ ਫਿਰ ਉਹਨਾਂ ਨੂੰ ਝੂਠ ਥੋੜ੍ਹਾ ਚੰਗਾ ਲੱਗੇਗਾ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਅੰਦਰ ਕੂੜ ਵਰਤੈ, ਜਿਨ੍ਹਾਂ ਦੇ ਅੰਦਰ ਕਹਿੰਦੇ ਝੂਠ ਵਰਤਦਾ ਆ, ਜਿਹੜੇ ਝੂਠ ਨਾਲ ਜੁੜੇ ਹੋਏ ਆ, ਕਹਿੰਦੇ ਸੱਚ ਨਾ ਭਾਵੀ, ਕਹਿੰਦੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਅੱਜ ਦੇ ਸਮੇਂ ਅੰਦਰ ਕੋਈ ਮਨੁੱਖ ਸੱਚ ਦੀ ਗੱਲ ਕਰੇ ਤੇ ਜਿਹੜੇ ਝੂਠ ਨਾਲ ਜੁੜੇ ਹੋਏ ਨਾ, ਉਹਨਾਂ ਨੂੰ ਕਦੇ ਵੀ ਚੰਗਾ ਨਹੀਂ ਲੱਗਦਾ। ਜੇ ਕਿਸੇ ਝੂਠੇ ਮਨੁੱਖ ਦੇ ਖਿਲਾਫ ਬੋਲੀਏ ਨਾ, ਤੇ ਉਹਦੇ ਨਾਲ ਜਿੰਨੇ ਵੀ ਜੁੜੇ ਹੋਏ ਉਹਨਾਂ ਨੂੰ ਵੀ ਉਹ ਸੱਚ ਚੁੱਭਦਾ ਆ। ਪਾਤਸ਼ਾਹ ਕਹਿੰਦੇ ਨੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ, ਕਹਿੰਦੇ ਜੇਕਰ ਕੋਈ ਸੱਚ ਬੋਲੇ ਨਾ ਤੇ ਉਹ ਜਿਹੜੇ ਝੂਠੇ ਲੋਕ ਨਾ, ਕਹਿੰਦੇ ਜੀਵਨ ਦੇ ਵਿੱਚ ਸੜ ਬਲ ਜਾਂਦੇ ਨੇ, ਉਹਨਾਂ ਨੂੰ ਦਰਦ ਹੁੰਦਾ, ਉਹ ਸੜਦੇ ਨੇ ਅੰਦਰੋਂ ਕਿ ਸਾਡੇ ਸਾਹਮਣੇ ਸੱਚ ਕਿਉਂ ਬੋਲਿਆ ਜਾ ਰਿਹਾ। ਤੇ ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਜੀ, ਚਾਹੇ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਆਪਣੇ ਸਮੇਂ ਦੇ ਅੰਦਰ ਸੱਚ ਬੋਲਿਆ, ਤੇ ਜਿਹੜੇ ਜ਼ਾਲਮ ਲੋਕ ਸੀਗੇ, ਜਿਹੜੇ ਵਿਤਕਰੇ ਕਰਨ ਵਾਲੇ ਸਨ, ਜਿਹੜੇ ਦੂਜਿਆਂ ਨੂੰ ਨੀਵਾਂ ਸਮਝਣ ਵਾਲੇ ਸਨ, ਉਹਨਾਂ ਨੂੰ ਇਹ ਸੱਚ ਸੁਣ ਕੇ ਬੜੀ ਅੱਗ ਲੱਗਦੀ ਸੀ, ਬੜਾ ਸੜਦੇ ਸੀ। ਹੁਣ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਦੇ ਖਿਲਾਫ ਵੀ ਉਹਨਾਂ ਲੋਕਾਂ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤਾਂ ਲਾਈਆਂ। ਜਿਹੜੇ ਲੋਕ ਦੂਜਿਆਂ ਵਿੱਚ ਵਿਤਕਰੇ ਪੈਦਾ ਕਰਦੇ ਸੀ, ਜਿਹੜੇ ਉੱਚਾ ਨੀਵਾਂ, ਜਾਤ ਪਾਤ, ਭੇਦ ਭਾਵ, ਇਹ ਸਾਰੀਆਂ ਵਿਚਾਰਾਂ ਸਾਰਿਆਂ 'ਚ ਫੈਲਾਉਂਦੇ ਸੀ ਕਿ ਅਸੀਂ ਤਾਂ ਉੱਚੀ ਜਾਤ ਦੇ ਹਾਂ, ਇਹ ਨੀਵੀਂ ਜਾਤ ਦੇ ਲੋਕਾਂ ਨਾਲ ਸਾਂਝ ਰੱਖਦੇ ਆ, ਉਹਨਾਂ ਦੀ ਸਪੋਰਟ ਕਰਦੇ, ਹੈਲਪ ਕਰਦੇ ਆ। ਤੇ ਗੁਰੂ ਪਿਆਰ ਵਾਲਿਓ, ਅਕਬਰ ਬਾਦਸ਼ਾਹ ਜਿਹੜਾ ਆਪ ਖੁਦ ਚੱਲ ਕੇ ਗੋਬਿੰਦਵਾਲ ਸਾਹਿਬ ਦੀ ਧਰਤੀ ਉੱਤੇ ਆਇਆ, ਜਦੋਂ ਗੁਰੂ ਸਾਹਿਬ ਜੀ ਦੇ ਕੰਮਾਂ ਕਾਰਾਂ ਨੂੰ ਵੇਖਿਆ, ਉਹਨਾਂ ਦੇ ਉਪਦੇਸ਼ਾਂ ਨੂੰ ਸੁਣਿਆ, ਤੇ ਅਕਬਰ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਆ ਕੇ ਗੁਰੂ ਪਿਆਰ ਵਾਲਿਓ ਸੰਗਤ ਵਿੱਚ ਬੈਠ ਕੇ ਉਹਨਾਂ ਨੇ ਜਿਹੜਾ ਪ੍ਰਸ਼ਾਦਾ ਛਕਿਆ, ਜਿੱਥੇ ਸਾਰੇ ਇੱਕੋ ਜਿਹੇ ਬੈਠਦੇ ਸਨ, ਜਿੱਥੇ ਇੱਕ ਨੀਵੀਂ ਜਾਤ ਵਾਲਾ ਵੀ ਸੀ, ਚਾਹੇ ਇੱਕ ਉੱਚਾ ਸੀਗਾ, ਜਿਨ੍ਹਾਂ ਨੂੰ ਲੋਕ ਸਮਝਦੇ ਸੀਗੇ। ਪਰ ਪਾਤਸ਼ਾਹ ਜੀ ਨੇ ਇਹ ਸੰਗਤ ਤੇ ਪੰਗਤ ਦੀ ਪ੍ਰਥਾ ਦਾ ਅਰਥ ਕੀ ਸੀਗਾ? ਸੰਗਤ ਤੇ ਪੰਗਤ ਦੀ ਪ੍ਰਥਾ ਜਿਹੜੀ ਸੀਗੀ ਨਾ, ਇਹਦਾ ਕੋਈ ਮੀਨਿੰਗ ਸੀਗਾ, ਇਹਦਾ ਕੋਈ ਅਰਥ ਸੀਗਾ। ਉਹ ਵਿਚਾਰਾਂ ਜਿਹੜੀਆਂ ਖਤਮ ਹੋ ਗਈਆਂ, ਸਿਰਫ ਸਾਨੂੰ ਲੰਗਰ ਛਕਣ ਵਾਰੀ ਪਤਾ ਲੱਗਾ ਕਿ ਭਾਈ ਲੰਗਰ ਹੀ ਛਕਣਾ ਆ, ਪਰ ਇਹ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਇਹ ਸੰਗਤ ਤੇ ਪੰਗਤ ਦੀ ਪ੍ਰਥਾ ਕਿਉਂ ਚਲਾਈ ਗਈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ, ਚਾਹੇ ਗੁਰੂ ਅੰਗਦ ਸਾਹਿਬ ਜੀ, ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ, ਉਸੇ ਵਿਚਾਰਧਾਰਾ ਨੂੰ ਬਾਕੀ ਗੁਰੂ ਸਾਹਿਬਾਨਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਅੱਗੇ ਤੋਰਿਆ।
ਹੁਣ ਸੰਗਤ ਵਿੱਚ ਜਿਹੜਾ ਜਦੋਂ ਸੰਗਤ ਵਿੱਚ ਸਾਰੇ ਆ ਜਾਂਦੇ ਆ, ਸੰਗਤ ਵਿੱਚ ਜਦੋਂ ਆ ਕੇ ਬੈਠਦੇ ਆ, ਉਸ ਵੇਲੇ ਕੋਈ ਵੀ ਉੱਚਾ ਨੀਵਾਂ ਨਹੀਂ ਹੈ। ਭਾਵੇਂ ਸੰਗਤ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਆ ਜਾਵੇ, ਉਹ ਵੀ ਸੰਗਤ ਦਾ ਰੂਪ ਆ, ਉਹ ਵੀ ਬਰਾਬਰ ਆ। ਸੰਗਤ ਦੇ ਵਿੱਚ ਆ ਕੇ ਸਾਰੇ ਭੇਦ ਭਾਵ ਵਿਤਕਰੇ ਖਤਮ ਹੋ ਜਾਂਦੇ ਨੇ। ਪਾਤਸ਼ਾਹ ਜੀ ਨੇ ਸੰਗਤ ਨੂੰ ਮਹਾਨਤਾ ਦਿੱਤੀ। ਤੇ ਗੁਰੂ ਪਿਆਰ ਵਾਲਿਓ, ਉਸ ਤੋਂ ਬਾਅਦ ਪੰਗਤ ਵਿੱਚ ਬੈਠਣ ਦਾ ਕੀ, ਪੰਕਤੀਆਂ ਲਾ ਕੇ ਸਾਰੇ ਇੱਕੋ ਲਾਈਨ ਵਿੱਚ ਬੈਠਣ, ਬਰਾਬਰ ਬੈਠਣ। ਕਿਉਂਕਿ ਪੰਗਤ ਵਿੱਚ ਜਦੋਂ ਅਸੀਂ ਆ ਜਾਂਦੇ ਆ, ਉਸ ਵੇਲੇ ਸਾਡੀ ਕੋਈ ਜਾਤ ਪਾਤ ਕੁਛ ਨਹੀਂ ਹੈ, ਅਸੀਂ ਸਾਰੇ ਬਰਾਬਰ ਆ। ਸਾਡੇ ਨਾਲ ਆ ਕੇ ਭਾਵੇਂ ਕੋਈ ਨੀਵੀਂ ਜਾਤ ਦਾ ਵੀ ਮਨੁੱਖ ਬੈਠ ਜਾਵੇ, ਭਾਵੇਂ ਕਿਸੇ ਵੀ ਦੇਸ਼ ਨਸਲ ਦਾ ਹੋਵੇ, ਉਹ ਵੀ ਸਾਡੇ ਵਾਸਤੇ ਇੱਕ ਇਨਸਾਨ ਆ। ਪਾਤਸ਼ਾਹ ਜੀ ਨੇ ਸਭ ਨੂੰ ਬਰਾਬਰ ਦੀ ਭਾਵਨਾ ਨਾਲ ਵੇਖਣ ਵਾਸਤੇ ਉਪਦੇਸ਼ ਕੀਤਾ। ਇਸੇ ਕਰਕੇ ਜਿਹੜੀਆਂ ਇਹ ਪੰਗਤ ਦੀ ਪ੍ਰਥਾ ਚਲਾਈ ਗਈ ਕਿ ਸਾਰੇ ਕਿਸੇ ਨੂੰ ਵੱਖੋ ਵੱਖਰਾ ਨਹੀਂ ਆਖਿਆ ਕਿ ਭਾਈ ਤੂੰ ਕਿਤੇ ਹੋਰ ਜਾ ਕੇ ਬਹਿ ਜਾ, ਕਿਤੇ ਹੋਰ ਜਾ ਕੇ ਬਹਿ ਜਾ। ਬੜੇ ਸੰਸਾਰ ਦੇ ਵਿੱਚ ਲੋਕ ਆ, ਜਿਵੇਂ ਅੱਜ ਦੇ ਸਮੇਂ ਅੰਦਰ ਵੀ ਸਾਡੇ ਗੁਰੂ ਘਰਾਂ ਵਿੱਚ ਕਿਤੇ ਕੋਈ VIP ਲੰਗਰ ਤਿਆਰ ਕੀਤੇ ਜਾਂਦੇ, VIP ਲੋਕਾਂ ਵਾਸਤੇ VIP ਲੰਗਰ, ਉਹਨਾਂ ਵਾਸਤੇ ਵੱਖਰਾ ਲੰਗਰ ਤਿਆਰ ਕੀਤਾ ਜਾਂਦਾ ਤੇ ਸੰਗਤ ਵਾਸਤੇ ਵੱਖਰਾ ਤਿਆਰ ਕੀਤਾ ਜਾਂਦਾ। ਬੜੇ ਗੁਰੂ ਘਰ ਹੈ, ਅੱਜ ਬੜੀਆਂ ਥਾਵਾਂ ਨੇ ਜਿੱਥੇ ਇਦਾਂ ਕੁਝ ਚੱਲ ਰਿਹਾ ਆ। ਜਿੱਥੇ ਗੁਰੂ ਪਿਆਰ ਵਾਲੇ ਇਹੋ ਜਿਹੇ ਵੀ ਹੈ ਜਿੱਥੇ ਕਿ ਭਾਂਡੇ ਵੱਖਰੇ ਰੱਖੇ ਜਾਂਦੇ ਕਿ ਭਾਈ ਆਹ ਨੀਵੀਂ ਜਾਤ ਵਾਲਿਆਂ ਦੇ ਭਾਂਡੇ, ਆਹ ਉੱਚੀ ਜਾਤ ਵਾਲਿਆਂ ਦੇ ਭਾਂਡੇ। ਅੱਜ ਵੀ ਸਾਡੇ ਗੁਰੂ ਘਰਾਂ ਵਿੱਚ ਕਿਤੇ ਨਾ ਕਿਤੇ ਇਹ ਵਿਤਕਰੇ ਚੱਲਦੇ ਆ। ਕਿਉਂਕਿ ਪੰਗਤ ਦੇ ਵਿੱਚ ਜਿਹੜਾ ਲੰਗਰ, ਜਿਹੜਾ ਪ੍ਰਸ਼ਾਦਾ, ਦਾਲ ਪੰਗਤ ਵਿੱਚ ਤਿਆਰ ਹੋਇਆ, ਉਹੀ ਸਾਰਿਆਂ ਨੇ ਛਕਣਾ ਆ। ਭਾਵੇਂ ਉਹ ਜਿੱਡਾ ਮਰਜ਼ੀ, ਭਾਵੇਂ ਬੰਦਾ ਹੋਵੇ, ਕੋਈ ਵੀ ਹੋਵੇ। ਤੁਸੀਂ ਸ਼੍ਰੀ ਹਰਿਮੰਦਰ ਸਾਹਿਬ ਚਲੇ ਜਾਓ, ਉੱਥੇ ਪੰਗਤ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਹੋਇਆ, ਉਹੀ ਸਾਨੂੰ ਛਕਣਾ ਪੈਣਾ। ਤੇ ਗੁਰੂ ਪਿਆਰ ਵਾਲਿਓ, ਵੇਖੋ ਗੁਰੂ ਨੇ ਕਿੰਨਾ ਸਾਦਾ ਲੰਗਰ ਦਿੱਤਾ। ਹੁਣ ਤੁਸੀਂ ਵੇਖੋ, ਕੋਈ ਬੰਦਾ ਬਿਮਾਰ ਹੋਵੇ ਨਾ ਸਾਡੇ ਘਰ ਵਿੱਚ, ਡਾਕਟਰ ਕਹਿੰਦਾ ਕਿ ਭਾਈ ਤੂੰ ਕੋਈ ਜ਼ਿਆਦਾ ਮਸਾਲਿਆਂ ਵਾਲੀਆਂ, ਕੋਈ ਤਲੀਆਂ ਚੀਜ਼ਾਂ ਕੁਛ ਨਹੀਂ ਖਾਣਾ। ਅਸੀਂ ਕੀ ਕਰਦੇ ਹਾਂ, ਉਹਨੂੰ ਖਿਚੜੀ ਬਣਾ ਕੇ ਦਿੰਦੇ ਹਾਂ। ਅਸੀਂ ਬਿਲਕੁਲ ਸਾਦਾ ਪ੍ਰਸ਼ਾਦਾ ਪਾਣੀ ਦਿੰਦੇ ਹਾਂ, ਜਿਹਦੇ ਵਿੱਚ ਨਾ ਕੋਈ ਜ਼ਿਆਦਾ ਮਿਰਚ, ਨਾ ਲੂਣ, ਕੁਛ ਨਹੀਂ। ਕਿਉਂਕਿ ਉਹ ਸਰੀਰ ਵਾਸਤੇ ਤੰਦਰੁਸਤ ਆ, ਉਹਦੇ ਵਾਸਤੇ ਜ਼ਿਆਦਾ ਹੈਵੀ ਖਾਣਾ ਜਿਹੜਾ ਚੰਗਾ ਨਹੀਂ ਹੈ। ਪਾਤਸ਼ਾਹ ਜੀ ਨੇ ਸਾਨੂੰ ਕਿੰਨਾ ਸਾਦਾ ਲੰਗਰ ਦਿੱਤਾ ਸੀ, ਜਿੱਥੇ ਅੱਜ ਪਰ ਉਸ ਸਾਦੇ ਲੰਗਰ ਨੂੰ ਅਸੀਂ ਕਿੰਨਾ ਜਿਹੜਾ ਪਕਵਾਨਾਂ ਵਾਲਾ ਤਿਆਰ ਕਰ ਦਿੱਤਾ। ਇਹ ਸਿਰਫ ਆਪਣੀ ਜੀਭ ਦੇ ਚਸਕੇ ਵਾਸਤੇ ਕੀਤਾ ਨਾ ਕਿ ਭਾਈ ਆਹ ਵੀ ਕਰ ਲਓ, ਆਹ ਵੀ ਕਰ ਲਓ। ਪਰ ਲੰਗਰ ਤਾਂ ਜਿਹੜਾ ਲੰਗਰ ਹੀ ਹੁੰਦਾ, ਉਹ ਸਾਦੇ ਲੰਗਰ ਚੰਗਾ ਲੱਗਦਾ ਆ। ਕਿਉਂਕਿ ਸਾਡਾ ਅੱਜ ਜ਼ਿਆਦਾ ਪੈਸਾ ਸਿਰਫ ਲੰਗਰਾਂ 'ਤੇ ਲੱਗ ਰਿਹਾ ਆ। ਗੁਰਬਾਣੀ ਦੀ ਵਿਚਾਰ ਵੱਲ ਜਾਂ ਗੁਰੂ ਦੀ ਬਾਣੀ ਸੁਣਨ ਵੱਲ ਸਾਡਾ ਧਿਆਨ ਨਹੀਂ ਹੈ। ਤੁਸੀਂ ਵੇਖੋ, ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ, ਲੰਗਰ ਲਾਓ, ਰੱਜ ਰੱਜ ਕੇ ਲਾਓ, ਪਰ ਗੁਰੂ ਪਿਆਰ ਵਾਲੇ ਲੰਗਰ ਉੱਥੇ ਲਾਓ ਜਿੱਥੇ ਲੋੜ ਹੈ। ਹੁਣ ਵੇਖੋ, ਚਾਹੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆਵੇ, ਚਾਹੇ ਵਿਸਾਖੀ ਆਵੇ, ਜਦੋਂ ਇਹ ਤਿਉਹਾਰ ਆਉਂਦੇ ਆ, ਸਾਡੇ ਗੁਰਪੁਰਬ ਆਉਂਦੇ, ਅਸੀਂ ਵੇਖੋ ਕਿੰਨੇ ਲੰਗਰ ਲਾਏ ਹੁੰਦੇ ਰਸਤਿਆਂ ਵਿੱਚ, ਭਾਵ ਕਿ ਕਿਲੋਮੀਟਰ 'ਤੇ ਲੰਗਰ ਲਾਇਆ ਹੁੰਦਾ ਆ। ਹੁਣ ਬੰਦਾ ਸਵੇਰ ਨੂੰ ਪ੍ਰਸ਼ਾਦਾ ਛਕ ਲੇ ਤੇ ਸ਼ਾਮ ਤੱਕ, ਦੁਪਹਿਰ ਤੱਕ ਬੰਦੇ ਨੂੰ ਭੁੱਖ ਨਹੀਂ ਲੱਗਦੀ। ਤੇ ਗੁਰੂ ਪਿਆਰ ਵਾਲਿਓ, ਕਿਲੋਮੀਟਰ ਤੱਕ, 1 ਕਿਲੋਮੀਟਰ 'ਤੇ ਲੰਗਰ ਲਾਏ ਹੁੰਦੇ ਆ। ਕਿਸੇ ਨੇ ਕਿਸੇ ਤਰ੍ਹਾਂ ਦਾ ਲੰਗਰ, ਕਿਸੇ ਤਰ੍ਹਾਂ ਦਾ ਲੰਗਰ, ਭਾਵ ਕਿ ਸਭ ਤੋਂ ਜ਼ਿਆਦਾ ਅਸੀਂ ਪੈਸਾ ਅੱਜ ਲੰਗਰਾਂ 'ਤੇ ਵੇਸਟ ਕਰ ਰਹੇ ਹਾਂ। ਲੰਗਰ ਲਾਵੋ, ਉੱਥੇ ਲਾਵੋ ਜਿੱਥੇ ਕੋਈ ਖਾਣ ਵਾਲਾ ਹੋਵੇ। ਹੁਣ ਇੱਕ ਵਾਰੀ ਪ੍ਰਸ਼ਾਦਾ ਛਕ ਲਿਆ, ਅਸੀਂ ਧੱਕੇ ਨਾਲ ਛਕਾਉਣੇ, ਭਾਈ ਇੱਥੋਂ ਵੀ ਛਕ ਲਓ। ਫਿਰ ਬੰਦਾ ਘਰੋਂ ਤਾਂ ਜਾਂਦਾ ਗੁਰੂ ਦੇ ਦਰਸ਼ਨ ਕਰਨ, ਘਰੋਂ ਤੰਦਰੁਸਤ ਜਾਂਦਾ, ਮੁੜ ਕੇ ਬਿਮਾਰ ਹੋ ਕੇ ਆ ਜਾਂਦਾ। ਕਿਉਂਕਿ ਛਕ ਇੰਨਾ ਲਿਆ, ਗਰਮ ਸਰਦ ਹੋ ਗਿਆ, ਇੰਨਾ ਕੁਝ ਤਲਿਆ ਹੋਈਆਂ ਚੀਜ਼ਾਂ, ਕਈ ਤਰ੍ਹਾਂ ਦੇ ਪਦਾਰਥ ਖਾ ਲਏ। ਪਰ ਗੁਰੂ ਘਰ ਲੰਗਰ ਜਿਹੜਾ ਬੜਾ ਸਾਦਾ ਸੀ, ਪਰ ਸਾਡੀਆਂ ਅਸੀਂ ਆਪਣੇ ਚਸਕਿਆਂ, ਆਪਣੇ ਸਵਾਦਾਂ ਦੇ ਮਾਰੇ ਗੁਰੂ ਦੇ ਲੰਗਰ ਨੂੰ ਵੀ ਬੜਾ ਇੰਨੇ ਪਕਵਾਨ, ਇੰਨੇ ਪਦਾਰਥ ਤਿਆਰ ਕਰ ਲਏ। ਪਰ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਨੇ ਇਹ ਪੰਗਤ ਦੀ ਪ੍ਰਥਾ ਇਸੇ ਕਰਕੇ ਚਲਾਈ ਕਿ ਉਹ ਸਾਡੇ ਵਿੱਚੋਂ ਵਿਤਕਰੇ, ਜਾਤ ਪਾਤ ਖਤਮ ਹੋ ਜਾਵੇ। ਜਿਹੜੇ ਲੋੜਵੰਦ ਹੈ, ਹੁਣ ਵੇਖੋ ਕਿੰਨੇ ਲੋਕ ਜਿਹੜੇ ਬੈਠੇ ਹੋਣਗੇ, ਕੋਈ ਝੁੱਗੀਆਂ 'ਚ ਬੈਠੇ, ਕੋਈ ਕਿਤੇ ਬੈਠੇ ਹੋਏ ਆ। ਜੇ ਤੁਹਾਨੂੰ ਲੰਗਰ ਲਾਉਣਾ, ਤੁਸੀਂ ਉੱਥੇ ਜਾ ਕੇ ਲੰਗਰ ਲਾ ਦੇਵੋ। ਜੇ ਲੰਗਰ ਲਾਉਣਾ, ਹੁਣ ਕਈ ਵਾਰੀ ਲੰਗਰ ਲਾਉਣਾ ਗੁਰੂ ਘਰ ਲਾ ਲਈਏ ਉੱਥੇ, ਤੇ ਗੁਰੂ ਪਿਆਰ ਵਾਲੇ ਉੱਥੇ ਲੋੜਵੰਦਾਂ ਨੂੰ ਲੰਗਰ ਛਕਾਇਆ ਜਾਵੇ। ਤੇ ਗੁਰੂ ਪਿਆਰ ਵਿੱਚ ਜੇ ਲੰਗਰ ਦੀ ਸੇਵਾ ਕਰਨੀ, ਤੇ ਤੁਸੀਂ ਰਾਸ਼ਨ ਪਾਣੀ ਜਿਹੜਾ ਕਿਸੇ ਨੂੰ ਦੇਵੋ, ਜਿਹਦੇ ਅੰਦਰ ਇੰਨੀ ਹੈਸੀਅਤ ਨਹੀਂ ਹੈਗੀ, ਔਕਾਤ ਨਹੀਂ ਹੈ ਕਿ ਮੈਂ ਲੰਗਰ ਛਕ ਸਕਾਂ, ਮੈਂ ਆਪਣਾ ਲੰਗਰ ਤਿਆਰ ਕਰ ਸਕਾਂ, ਕਮਾ ਨਹੀਂ ਸਕਦਾ ਹੋਵੇ, ਜਿੱਥੇ ਗੁਜ਼ਾਰਾ ਨਾ ਚੱਲਦਾ ਹੋਵੇ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਉੱਥੇ ਲਾਇਆ। ਗੁਰੂ ਪਿਆਰ ਵਾਲਿਓ, ਜਿਹੜੇ ਸੀਗੇ ਨਾ, ਜਿਹੜੇ ਭੁੱਖੇ ਸਾਧੂ, ਜਿਹੜੇ ਅਸੀਂ ਕਹਿੰਦੇ ਕਿ ਲੰਗਰ ਛਕਾਇਆ ਪਾਤਸ਼ਾਹ ਜੀ ਨੇ,
ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਨੇ ਉਹਨਾਂ ਨੂੰ ਲੰਗਰ ਛਕਾਇਆ, ਪਰ ਉਹਨਾਂ ਨੂੰ ਇਹ ਸਮਝ ਆਕੀ, ਇਹ ਉਪਦੇਸ਼ ਦਿੱਤਾ ਕਿ ਭਾਈ ਵਿਹਲੇ ਲੈ ਕੇ ਰਹਿ ਕੇ ਕੁਝ ਨਹੀਂ ਹੋਣਾ, ਤੁਸੀਂ ਵੀ ਕਿਰਤ ਕਰੋ। ਸਿਰਫ ਲੋਕਾਂ 'ਤੇ ਡਿਪੈਂਡ ਨਾ ਰਹੋ ਕਿ ਤੁਹਾਨੂੰ ਕੋਈ ਆ ਕੇ ਲੰਗਰ ਛਕਾਵੋ। ਜੇ ਤੁਹਾਨੂੰ ਰੱਬ ਨੇ ਹੱਥ ਪੈਰ ਦਿੱਤੇ ਆ ਸਹੀ ਸਲਾਮਤੋਂ, ਇਹਨਾਂ ਨਾਲ ਕਿਰਤ ਕਰੋ ਅਤੇ ਆਪਣਾ ਰੋਜੀ ਰੋਟੀ ਕਮਾਓ ਅਤੇ ਖਾਓ ਅਤੇ ਨਾਲ ਛਕੋ ਅਤੇ ਛਕਾਵੋ। ਪਾਤਸ਼ਾਹ ਜੀ ਨੇ ਜੇਕਰ ਗੁਰੂ ਅੰਗਦ ਸਾਹਿਬ ਜੀ ਨੇ ਲੰਗਰ ਲਾਇਆ, ਚਾਹੇ ਗੁਰੂ ਅਮਰਦਾਸ ਜੀ ਨੇ, ਉਹਨਾਂ ਨੇ ਲੋੜਵੰਦਾਂ ਵਾਸਤੇ, ਜਿਹੜੇ ਲੋੜ ਸੀ ਜਿਨ੍ਹਾਂ ਨੂੰ, ਉਹਨਾਂ ਵਾਸਤੇ ਗੁਰੂ ਕਾ ਲੰਗਰ ਤਿਆਰ ਕੀਤਾ ਗਿਆ। ਅਤੇ ਪਾਤਸ਼ਾਹ ਜੀ ਨੇ ਇਹ ਸੰਗਤ ਅਤੇ ਪੰਗਤ ਦੀ ਪ੍ਰਥਾ ਜਿਹੜੀ ਚਲਾਈ, ਜਿੱਥੇ ਅਕਬਰ ਬਾਦਸ਼ਾਹ ਜਿਹੜਾ ਉਸ ਸਮੇਂ ਦਾ ਇੱਕ ਬਾਦਸ਼ਾਹ ਆ, ਇੱਕ ਪ੍ਰਾਈਮ ਮਿਨਿਸਟਰ ਦੀ ਉਹਦੀ ਜਿਹੜਾ ਇੱਕ ਪਦਵੀ, ਇੱਕ ਅਹੁਦਾ ਰੱਖਦਾ ਆ, ਉਹ ਵੀ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਉਹਨੇ ਪ੍ਰਸ਼ਾਦਾ ਛਕਿਆ ਅਤੇ ਸੰਗਤ ਵਿੱਚ ਬੈਠ ਕੇ ਗੁਰੂ ਦੇ ਵਿਚਾਰ ਸੁਣੇ, ਖੁਸ਼ ਹੋਇਆ। ਅਕਬਰ ਬਾਦਸ਼ਾਹ ਕਹਿਣ ਲੱਗਾ ਕਿ ਪਾਤਸ਼ਾਹ ਜੀ, ਮੈਂ ਤੁਹਾਡੇ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ। ਹੁਣ ਗੁਰੂ ਸਾਹਿਬ ਜੀ ਵੀ ਰਾਜਨੀਤੀ ਨਾਲ ਸੰਬੰਧ ਰੱਖਦੇ ਸੀ, ਗੁਰੂ ਸਾਹਿਬ ਜੀ ਵੀ ਰਾਜਨੀਤੀ ਕਰਦੇ ਸੀ। ਹੁਣ ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਨਾ ਕਿ ਸਾਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ। ਗੁਰੂ ਪਿਆਰ ਵਾਲਿਓ, ਮੀਰੀ ਤੇ ਪੀਰੀ ਦੀ ਤਲਵਾਰ ਕਾਹਦੀ? ਇੱਕ ਰਾਜਨੀਤੀ ਦੀ ਸੀ, ਇੱਕ ਧਰਮ ਦੀ ਸੀ। ਪਰ ਗੁਰੂ ਸਾਹਿਬ ਜੀ ਨੇ ਰਾਜਨੀਤੀ ਨੂੰ ਪੈਰ ਦੀ ਜੁੱਤੀ ਰੱਖਿਆ ਆ ਅਤੇ ਧਰਮ ਨੂੰ ਸਿਰ ਦਾ ਤਾਜ ਬਣਾਇਆ ਆ। ਅਤੇ ਜੁੱਤੀ ਜਿਹੜੀ ਪੈਰਾਂ 'ਚ ਰੱਖੀਏ ਉਹ ਚੰਗੀ ਲੱਗਦੀ। ਕੋਈ ਬੰਦਾ ਹੁਣ ਜੁੱਤੀ ਸਿਰ 'ਤੇ ਚੱਕ ਰੱਖੀ ਫਿਰੇ ਅਤੇ ਉਹਨੂੰ ਕੋਈ ਸਿਆਣਾ ਨਹੀਂ ਆਖੇਗਾ, ਆਖੇਗਾ ਭਾਈ ਇਹ ਜੁੱਤੀ ਤਾਂ ਪੈਰਾਂ 'ਚ ਚੰਗੀ ਲੱਗਦੀ ਆ। ਇਸ ਕਰਕੇ ਰਾਜਨੀਤੀ ਜਿਹੜੀ ਪੈਰਾਂ 'ਚ ਹੀ ਹੋਵੇ ਤਾਂ ਚੰਗੀ ਗੱਲ ਆ। ਅਤੇ ਗੁਰੂ ਪਿਆਰ ਵਾਲੇ, ਜਿਹੜਾ ਧਰਮ ਆ ਉਹ ਸਿਰ ਦਾ ਤਾਜ ਆ। ਜੇਕਰ ਰਾਜਨੀਤੀ ਵਿੱਚ ਧਰਮ ਹੈ, ਧਰਮ ਦਾ ਮਤਲਬ ਕਿ ਸੱਚ ਹੈ, ਫਿਰ ਰਾਜਨੀਤੀ ਚੰਗੀ ਆ। ਫਿਰ ਉੱਥੇ ਕੋਈ ਵੀ ਕਰਪਸ਼ਨ ਨਹੀਂ, ਕੋਈ ਬੇਈਮਾਨੀ ਨਹੀਂ ਹੋਵੇਗੀ। ਜਦੋਂ ਧਰਮ ਵਿੱਚੋਂ ਖਤਮ ਹੋ ਗਿਆ, ਫਿਰ ਰਾਜਨੀਤੀ ਵੀ ਜਿਹੜੀ ਉਹ ਸਾਡੇ ਵਾਸਤੇ ਸਾਡੀ ਖੂਨ ਦੀ ਪਿਆਸੀ ਬਣ ਜਾਵੇਗੀ। ਹੁਣ ਗੁਰੂ ਅਮਰਦਾਸ ਸਾਹਿਬ ਜੀ ਨੂੰ ਅਕਬਰ ਬਾਦਸ਼ਾਹ ਕਹਿੰਦਾ, ਮੈਂ ਤੁਹਾਡੇ ਵਾਸਤੇ ਕੁਝ ਕਰਨਾ ਚਾਹੁੰਦਾ। ਅਤੇ ਗੁਰੂ ਪਿਆਰ ਵਾਲਿਓ ਕਹਿੰਦਾ, ਮੈਂ ਗੁਰੂ ਕੇ ਲੰਗਰਾਂ ਵਾਸਤੇ ਕੁਝ ਜਗੀਰਾਂ ਦਾਨ ਦੇਣਾ ਚਾਹੁੰਦਾ, ਜ਼ਮੀਨ ਕੁਛ ਦਾਨ ਭੇਟਾ ਕਰਨਾ ਚਾਹੁੰਦਾ ਹਾਂ, ਤਾਂ ਜੋ ਇਹ ਲੰਗਰ ਵਿੱਚ ਮੇਰਾ ਵੀ ਹਿੱਸਾ ਪੈ ਜਾਵੇ। ਪਾਤਸ਼ਾਹ ਜੀ ਕਹਿੰਦੇ, ਭਲਿਆ ਤੈਨੂੰ ਲੰਗਰ ਦੇ ਵਿੱਚ ਕੁਝ ਵੀ ਦਾਨ ਕਰਨ ਦੀ, ਕੁਛ ਵੀ ਕਰਨ ਦੀ ਲੋੜ ਨਹੀਂ। ਕੱਲ੍ਹ ਨੂੰ ਇਹ ਕਹੇਗਾ ਕਿ ਭਾਈ ਇਹ ਮੇਰੇ ਨਾਂ 'ਤੇ ਮੇਰੇ ਵੱਲੋਂ ਕੀਤੇ ਹੋਏ ਪੈਸੇ, ਚਾਹੇ ਉਹ ਦੌਲਤ, ਉਹਦੇ ਨਾਲ ਲੰਗਰ ਚੱਲ ਰਿਹਾ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਗੁਰੂ ਕਾ ਲੰਗਰ ਸਿੱਖ ਸੰਗਤਾਂ ਦੇ 1-1 ਰੁਪਏ ਨਾਲ, ਦਸਵੰਧ ਦੇ ਨਾਲ ਗੁਰੂ ਕਾ ਲੰਗਰ ਚੱਲਦਾ ਆ। ਜੇਕਰ ਤੂੰ ਕੁਝ ਕਰਨਾ ਆ ਤੇ ਜਿਹੜੇ ਆ ਕਿਸਾਨ ਭਰਾ ਆ, ਇਹਨਾਂ ਦੇ ਜ਼ਮੀਨਾਂ 'ਤੇ ਜਿਹੜੇ ਟੈਕਸ ਲਾਏ ਗਏ ਆ, ਇਹਨਾਂ ਜ਼ਮੀਨਾਂ ਦੇ ਜਾਂ ਕਰ ਲਾਇਆ ਗਿਆ, ਟੈਕਸ ਲਾਇਆ ਗਿਆ, ਇਹ ਮਾਫ ਕਰ ਦਿੱਤੇ ਜਾਵੇ। ਅਤੇ ਅਕਬਰ ਬਾਦਸ਼ਾਹ ਨੇ ਉੱਥੇ ਗੁਰੂ ਅਮਰਦਾਸ ਸਾਹਿਬ ਦੀ ਵਿਚਾਰ ਨੂੰ ਸੁਣ ਕੇ ਕਿਸਾਨਾਂ 'ਤੇ ਲੱਗੇ ਹੋਏ ਜਿਹੜੇ ਜ਼ਮੀਨਾਂ ਜੀ ਜਾਂ ਉਹ ਟੈਕਸ ਲੱਗੇ ਹੋਏ ਸੀ ਜਿਹੜੇ, ਉਹ ਮਾਫ ਕਰ ਦਿੱਤੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਵੀ ਕਿਸੇ ਤੋਂ ਕੰਮ ਲੈਂਦੇ ਅਤੇ ਉਹ ਵੀ ਕਿਸੇ ਦਾ ਭਲਾ ਉਹਦੇ ਵਿੱਚ ਕਰਦੇ ਸੀ। ਸਾਡੀ ਸਾਂਝ ਰਾਜਨੀਤਿਕ ਲੋਕਾਂ ਨਾਲ ਹੋਵੇ, ਪਰ ਗੁਰੂ ਪਿਆਰ ਵਾਲਿਓ ਅਸੀਂ ਉਹਨਾਂ ਕੋਲੋਂ ਲੋਕਾਂ ਦੇ ਭਲੇ ਵਾਸਤੇ ਕੰਮ ਕਰਵਾਈਏ, ਆਪਣੇ ਫਾਇਦੇ ਵਾਸਤੇ ਨਾ ਕਰਾਈਏ ਕਿ ਅਸੀਂ ਆਪਣੇ ਕੰਮ ਸਵਾਰ ਲਈ ਅਤੇ ਦੂਜੇ ਕਿਸੇ ਦਾ ਕੰਮ ਹੋਵੇ ਨਾ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਅੰਦਰ ਝੂਠ ਵਰਤਦਾ ਆ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਕੁੜਿਆਰੀ ਰੱਜੇ ਕੂੜ ਜਿਉਂ ਬਿਸ਼ਟਾ ਕਾਗ ਖਾਵੇ। ਮਾਲਿਕ ਜੀ ਕਹਿੰਦੇ ਜਿਹੜਾ ਝੂਠ ਦਾ ਵਪਾਰੀ ਆ, ਝੂਠਾ ਮਨੁੱਖ, ਉਹਨੂੰ ਝੂਠ ਹੀ ਚੰਗਾ ਲੱਗਦਾ। ਉਹਨੂੰ ਜੇ ਝੂਠ ਬੋਲਿਆ ਜਾਵੇ ਉਹ ਬੜਾ ਖੁਸ਼ ਹੁੰਦਾ ਆ। ਉਹ ਮਾੜਾ ਸੁਣਦਾ ਅਤੇ ਮਾੜਾ ਸੁਣ ਕੇ ਹੀ ਖੁਸ਼ ਹੁੰਦਾ। ਮਾਲਿਕ ਜੀ ਕਹਿੰਦੇ ਜਿਵੇਂ ਕਾਂ ਜਿਹੜਾ ਨਾ, ਕਾਂ ਉਹ ਗੰਦਗੀ ਖਾਂਦਾ ਆ, ਗੰਦਗੀ ਖਾ ਕੇ ਕਾਂ ਬੜਾ ਖੁਸ਼ ਹੁੰਦਾ ਆ, ਇਸੇ ਤਰ੍ਹਾਂ ਝੂਠਾ ਮਨੁੱਖ ਵੀ ਬੜਾ ਖੁਸ਼ ਹੁੰਦਾ ਆ। ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵੀ। ਕਹਿੰਦੇ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਆ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵੀ। ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰੂ ਦੇ ਦੁਆਰਾ ਮਾਲਕ ਦੇ ਨਾਮ ਵਿੱਚ ਜੁੜਦੇ ਨੇ, ਆਪਣੇ ਜੀਵਨ ਦੇ ਵਿੱਚੋਂ ਉਹ ਪਾਪ ਨੂੰ, ਝੂਠ ਨੂੰ ਧੋ ਲੈਂਦੇ ਨੇ, ਜੀਵਨ ਨਿਰਮਲ ਕਰ ਲੈਂਦੇ ਨੇ, ਸਾਫ਼ ਕਰ ਲੈਂਦੇ ਨੇ। ਅਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਹਿੰਦੇ ਤੂੰ ਸੱਚ ਦੀ ਸੰਭਾਲ ਕਰ ਜੇ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਕਰਨਾ ਆ। ਇਹ ਕੁਟੰਬ ਤੂੰ ਜੇ ਦੇਖਦਾ। ਕਹਿੰਦੇ ਜਿਹੜਾ ਪਰਿਵਾਰ, ਕੁਟੰਬ ਦਾ ਅਰਥ ਕੀ ਆ? ਪਰਿਵਾਰ। ਕਹਿੰਦੇ ਜਿਹੜਾ ਇਹ ਤੂੰ ਪਰਿਵਾਰ ਵੇਖਦਾ ਪਿਆ ਨਾ, ਚੱਲੇ ਨਾਹੀਂ ਤੇਰੇ ਨਾਲੇ। ਕਹਿੰਦੇ ਇਹਨੇ ਵੀ ਤੇਰੇ ਨਾਲ ਨਹੀਂ ਚੱਲਣਾ, ਇਹਨੇ ਵੀ ਸੱਚੇ ਜੀਵਨ ਵਿੱਚ ਤੇਰਾ ਸਾਥ ਨਹੀਂ ਦੇਣਾ। ਕਿਹੜਾ ਪਰਿਵਾਰ? ਇਹ ਸਾਡਾ ਜਿਹੜਾ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਇਹ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਮਾਲਕ ਜੀ ਕਹਿੰਦੇ ਇਹ ਜਿਹੜੀ ਆਸਾ, ਤ੍ਰਿਸ਼ਨਾ, ਨਿੰਦਿਆ, ਇਹ ਜਿਹੜਾ ਤੂੰ ਪਰਿਵਾਰ ਬਣਾ ਕੇ ਬੈਠਾ ਹੋਇਆ ਆ, ਕਹਿੰਦੇ ਇਹਨਾਂ ਨੇ ਵੀ ਚੰਗੇ ਜੀਵਨ ਵਾਲੇ ਪਾਸੇ ਤੇਰਾ ਸਾਥ ਨਹੀਂ ਦੇਣਾ, ਇਹਨਾਂ ਵਿਕਾਰਾਂ ਨੇ ਵੀ ਤੇਰਾ ਸਾਥ ਨਹੀਂ ਦੇਣਾ। ਮਾਲਕ ਜੀ ਕਹਿੰਦੇ ਨੇ ਜੇਕਰ ਤੂੰ ਪਰਿਵਾਰ ਬਣਾਉਣਾ ਨਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਪਰਿਵਾਰ ਬਣਾ। ਮਾਲਕ ਜੀ ਕਹਿੰਦੇ ਸਾਥ ਤੇਰੇ ਚੱਲੇ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਏ। ਕਹਿੰਦੇ ਜੇਕਰ ਇਹ ਵਿਕਾਰ ਬੁਰਾਈਆਂ ਤੇਰੇ ਨਾਲ ਨਹੀਂ ਚੱਲਦੇ, ਫਿਰ ਤੂੰ ਇਹਨਾਂ ਨਾਲ ਚਿੱਤ ਕਿਉਂ ਜੋੜਦਾ ਪਿਆ ਆ? ਤੇਰੇ ਚੰਗੇ ਜੀਵਨ ਵਿੱਚ ਇਹ ਸਾਥ ਨਹੀਂ ਦਿੰਦੇ ਤੇ ਇਹਨਾਂ ਨਾਲ ਨਾਤਾ ਕਿਉਂ ਬਣਾ ਕੇ ਰੱਖਿਆ ਹੋਇਆ? ਜਿਹੜੇ ਮਨੁੱਖ ਸਾਡੇ ਜੀਵਨ ਨੂੰ ਗਲਤ ਪਾਸੇ ਲੈ ਕੇ ਜਾਂਦੇ, ਸਾਡੀ ਉਹਨਾਂ ਨਾਲ ਸਾਂਝ ਕਿਉਂ ਬਣੀ ਹੋਈ ਆ? ਸਾਨੂੰ ਉਹਨਾਂ ਨਾਲ ਸਾਂਝ ਨਹੀਂ ਰੱਖਣੀ ਚਾਹੀਦੀ, ਜਿਹੜੇ ਹਮੇਸ਼ਾ ਹੀ ਸਾਡੇ ਜੀਵਨ ਦੇ ਅੰਦਰ ਔਗਣ ਪੈਦਾ ਕਰਦੇ ਨੇ, ਸਾਨੂੰ ਚੰਗੀ ਅਕਲ ਸਮਝ ਨਹੀਂ ਦਿੰਦੇ, ਹਮੇਸ਼ਾ ਹੀ ਸਾਨੂੰ ਗਲਤ ਰਾਹ ਉੱਤੇ, ਸਾਨੂੰ ਗਲਤ ਦਿਸ਼ਾ ਵਿੱਚ ਤੋਰਦੇ ਨੇ। ਪਾਤਸ਼ਾਹ ਕਹਿੰਦੇ ਨੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਏ। ਮਾਲਿਕ ਜੀ ਕਹਿੰਦੇ ਭਲਿਆ, ਕਹਿੰਦੇ ਜੀਵਨ ਦੇ ਵਿੱਚ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਚਾਹੀਦਾ ਜਿਹੜੇ ਕੰਮ ਕਰਕੇ ਸਾਨੂੰ ਬਾਅਦ 'ਚ ਪਛਤਾਉਣਾ ਪਵੇ। ਹੁਣ ਕਈ ਵਾਰੀ ਬੰਦਾ ਜੀਵਨ 'ਚ ਇਹੋ ਜਿਹੇ ਕੰਮ ਕਰ ਦਿੰਦਾ, ਬਾਅਦ ਵਿੱਚ ਬੜਾ ਪਛਤਾਉਂਦਾ ਆ, ਬੜਾ ਰੋਂਦਾ ਆ ਕਿ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਤੇ ਪਾਤਸ਼ਾਹ ਕਹਿੰਦੇ ਨੇ ਮੰਦਾ ਮੂਲ ਨਾ ਕੀਚਈ ਦੇ, ਲੰਮੀ ਨਦਰ ਨਿਹਾਲੀਏ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਕਾਲੀਏ। ਕਹਿੰਦੇ ਤੈਨੂੰ ਪਤਾ ਆ ਕਿ ਜਿਹੜਾ ਕੰਮ ਮੈਂ ਕਰਾਂਗਾ, ਚਾਹੇ ਉਹ ਜਿਹੜਾ ਬੁਰਾ ਕੰਮ ਵੀ ਕਰਾਂਗਾ ਨਾ, ਉਹਦਾ ਮੈਨੂੰ ਆਪ ਫਲ ਭੋਗਣਾ ਪੈਣਾ। ਪਾਤਸ਼ਾਹ ਕਹਿੰਦੇ ਫਿਰ ਉਹ ਕੰਮ ਕਿਉਂ ਕਰੀਏ? ਫਿਰ ਜੀਵਨ ਦੇ ਅੰਦਰ ਉਸ ਰਾਹ 'ਤੇ ਤੁਰਨਾ ਨਹੀਂ ਚਾਹੀਦਾ ਜਿਸ ਰਾਹ 'ਤੇ ਤੁਰ ਕੇ ਮੇਰਾ ਜੀਵਨ ਗੰਦਾ ਬਣ ਜਾਵੇ, ਮੇਰਾ ਜੀਵਨ ਸੋਹਣਾ ਨਾ ਬਣੇ। ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਜੀਵਨ ਦੇ ਵਿੱਚ ਉਹ ਕੰਮ ਨਾ ਕਰ ਜਿਨ੍ਹਾਂ ਕੰਮਾਂ ਕਰਕੇ ਤੈਨੂੰ ਜੀਵਨ 'ਚ ਬਾਅਦ ਵਿੱਚ ਪਛਤਾਉਣਾ ਪਵੇ, ਤੇਰੇ ਪੱਲੇ ਕੁਝ ਨਾ ਰਹਿ ਜਾਵੇ। ਪਾਤਸ਼ਾਹ ਕਹਿੰਦੇ ਨੇ ਜੀਵਨ 'ਚ ਉਹ ਕੰਮ ਕਰ ਜਿਹਦੇ ਕਰਕੇ ਤੈਨੂੰ ਬਾਅਦ 'ਚ ਪਛਤਾਉਣਾ ਨਾ ਪਵੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਕੀ ਕਰਨਾ ਜੀਵਨ 'ਚ? ਕਹਿੰਦੇ ਸਤਿਗੁਰੂ ਦਾ ਉਪਦੇਸ਼ ਸੁਣ। ਸੁਣਨ ਦਾ ਅਰਥ ਕੀ ਹੈ? ਇਹਨੂੰ ਸੁਣ ਕੇ ਜੀਵਨ 'ਚ ਵਸਾ। ਕੇਵਲ ਕੰਨਾਂ ਦੇ ਨਾਲ ਹੀ ਨਹੀਂ ਸੁਣਨਾ, ਕੰਨਾਂ ਦੇ ਨਾਲ ਸੁਣ ਕੇ ਇਹਨੂੰ ਜੀਵਨ 'ਚ ਵਸਾ, ਇਹਦੇ ਮੁਤਾਬਕ ਚੱਲ। ਹੋਵੇ ਤੇਰੇ ਨਾਲੇ, ਮਾਲਕ ਜੀ ਕਹਿੰਦੇ ਨੇ ਇਸ ਗੁਰੂ ਦੇ ਉਪਦੇਸ਼ ਨੇ ਹੀ ਤੇਰੇ ਨਾਲ ਰਹਿਣਾ, ਤੇਰਾ ਸਾਥ ਦੇਣਾ ਆ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਹਿੰਦੇ ਸਿਮਰ ਸਿਮਰ ਕੇ ਪ੍ਰਭੂ ਦੇ ਨਾਮ ਨੂੰ ਜੀਵਨ 'ਚ ਉਹਨੂੰ ਸੰਭਾਲ ਕੇ ਰੱਖ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੇ ਪਿਆਰੇ ਮਨ, ਤੂੰ ਜੀਵਨ 'ਚ ਸੱਚ ਦੀ ਸੰਭਾਲ ਕਰ। ਸੱਚ ਨੇ ਤੇਰੇ ਜੀਵਨ ਨਾਲ ਰਹਿਣਾ ਆ, ਤੇਰਾ ਜੀਵਨ ਸੱਚਾ ਬਣ ਜਾਵੇਗਾ। ਮਾਲਿਕ ਜੀ ਕਹਿੰਦੇ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕੇ ਧਨਸਾਰ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਇਸ ਕਰਕੇ ਉਸ ਮਾਲਕ ਦੇ ਨਾਮ ਦੀ ਕਮਾਈ ਕਰ ਜਿਹਨੇ ਤੇਰੇ ਨਾਲ ਜਾਣਾ ਆ, ਜਿਹਨੇ ਤੇਰੇ ਨਾਲ ਰਹਿਣਾ ਆ। ਤੇ ਗੁਰੂ ਪਿਆਰ ਵਾਲਿਓ ਪਾਤਸ਼ਾਹ ਜੀ ਬਚਨ ਕਰਦੇ ਨੇ ਸੰਗ ਨਾ ਚਾਲਸ ਤੇਰੇ ਤਨਾ। ਮਾਲਿਕ ਜੀ ਕਹਿੰਦੇ ਨੇ ਜਿਹੜਾ ਤੂੰ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਤੇਰੇ ਨਾਲ ਨਹੀਂ ਜਾਣਾ, ਤੇਰੇ ਨਾਲ ਰਹਿਣਾ ਨਹੀਂ, ਤੂੰ ਨਾ ਜੱਫੀ ਕਿਉਂ ਮਾਰੀ ਬੈਠਾ ਆ? ਆਪਣੇ ਜੀਵਨ ਅੰਦਰ ਉਹਨਾਂ ਨਾਲ ਸਾਂਝ ਕਿਉਂ ਪਾ ਕੇ ਬੈਠਾ ਹੋਇਆ? ਤੂੰ ਕਿਆ ਲਪਟਾਵੇ ਮੂਰਖ ਮਨਾ, ਕਹਿੰਦੇ ਤੂੰ ਇਸ ਨੂੰ ਜੱਫਾ ਕਿਉਂ ਮਾਰੀ ਬੈਠਾ ਹੋਇਆ ਆ? ਸੁਤ ਮੀਤ ਕੁਟੰਬ ਅਰ ਬਨਤਾ, ਇੰਤੇ ਕਹੋ ਤੁਮ ਕਵਨ ਸਨਾਥਾ। ਕਹਿੰਦੇ ਇਹਨਾਂ ਵਿੱਚ ਦੱਸ ਤੇਰੇ ਨਾਲ ਕੌਣ ਜਾਣ ਵਾਲਾ? ਜਿਹੜੇ ਤੇਰੇ ਜੀਵਨ ਅੰਦਰ ਵਿਕਾਰ ਨੇ, ਬੁਰਾਈਆਂ ਨੇ, ਇਹਨਾਂ ਵਿੱਚ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਗੁਰੂ ਪਿਆਰ ਵਾਲਿਓ ਸਤਿਗੁਰੂ ਦੇ ਉਪਦੇਸ਼ ਨਾਲ ਜੁੜੀਏ, ਗੁਰੂ ਦੀ ਸਮਝ ਲਈਏ, ਜੀਵਨ 'ਚ ਸੱਚ ਨੂੰ ਸੰਭਾਲੀਏ। ਗੁਰੂ ਪਿਆਰ ਵਾਲਿਓ ਅਕਸਰ ਅਸੀਂ ਕਹਾਵਤਾਂ ਮੁਹਾਵਰੇ ਪੜ੍ਹਦੇ ਕਿ ਕਹਿੰਦੇ ਬਾਕੀ ਦਿਨ ਚੋਰਾਂ ਦਾ, ਇੱਕ ਦਿਨ ਸਾਧ ਦਾ। ਇੱਕ ਨਾ ਇੱਕ ਦਿਨ ਜਿਹੜੇ ਸਾਡੀ ਅਸਲੀਅਤ ਸਾਹਮਣੇ ਆਉਂਦੀ ਆ, ਭਾਵੇਂ ਮਨੁੱਖ ਜਿੰਨਾ ਮਰਜ਼ੀ, ਭਾਵੇਂ ਆਪਣੇ ਜੀਵਨ ਦੇ ਅੰਦਰ ਝੂਠ ਨੂੰ ਜਿੰਨਾ ਮਰਜ਼ੀ ਲੁਕਾਉਣ ਦਾ ਯਤਨ ਕਰੇ, ਜਿੰਨਾ ਮਰਜ਼ੀ, ਪਰ ਇੱਕ ਨਾ ਇੱਕ ਦਿਨ ਸੱਚ ਦੀ ਜਿਹੜੀ ਹਮੇਸ਼ਾ ਜਿੱਤ ਹੁੰਦੀ ਆ। ਜੇ ਸੱਚ ਨਾਲ ਅਸੀਂ ਜੁੜਾਂਗੇ, ਸਾਨੂੰ ਪਤਾ ਕਿ ਇੱਕ ਨਾ ਇੱਕ ਦਿਨ ਅਸਲੀਅਤ ਸਾਹਮਣੇ ਆਉਣੀ ਆ, ਫਿਰ ਕਿਉਂ ਨਾ ਅਸੀਂ ਸੱਚ ਨਾਲ ਹੀ ਨਾਤਾ ਜੋੜ ਕੇ ਰੱਖੀਏ।
ਮਨੁੱਖ ਆਪਣੇ ਜੀਵਨ ਦੇ ਅੰਦਰ ਜਿੰਨਾ ਝੂਠ ਬੋਲਦਾ ਉਹਦੇ ਅੰਦਰ ਡਰ ਪੈਦਾ ਹੁੰਦਾ ਜਾਂਦਾ ਆ। ਡਰ ਕਿਵੇਂ ਪੈਦਾ ਹੁੰਦਾ ਕਿ ਉਹਦੇ ਮਨ ਵਿੱਚ ਹੁੰਦਾ ਕਿ ਮੇਰਾ ਜਿਹੜਾ ਪਹਿਲਾ ਝੂਠ ਬੋਲਿਆ, ਫਿਰ ਉਹਨੂੰ ਛੁਪਾਉਣ ਵਾਸਤੇ ਦੂਜਾ ਬੋਲਦਾ, ਫਿਰ ਦੂਜੇ ਨੂੰ ਲੁਕਾਉਣ ਵਾਸਤੇ ਤੀਜਾ ਬੋਲਦਾ। ਉਹਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਪੈਣਾ ਕਿ ਪਹਿਲਾਂ ਕਿਹੜਾ ਝੂਠ ਬੋਲਿਆ ਸੀ, ਫੇਰ ਹੀ ਮੈਂ ਦੂਜਾ ਬੋਲਾਂਗਾ। ਪਰ ਗੁਰੂ ਪਿਆਰ ਵਾਲਿਓ, ਜਿਹੜਾ ਸੱਚ ਬੋਲਦਾ ਉਹਨੂੰ ਜੀਵਨ 'ਚ ਕਿਸੇ ਕਿਸਮ ਦਾ ਕੋਈ ਡਰ ਨਹੀਂ। ਇੱਕ ਵਾਰੀ ਸੱਚ ਕਹਿ ਤਾ ਤੇ ਜੀਵਨ 'ਚ ਖਹਿੜਾ ਜਿਹੜਾ ਛੁੱਟ ਜਾਂਦਾ ਆ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਆਪਣੇ ਮਨ ਦੇ ਵਿੱਚ ਸੱਚ ਦੀ ਸੰਭਾਲ ਕਰੀਏ, ਸਦਾ ਰਹਿਣ ਵਾਲੇ ਮਾਲਕ ਦੇ ਨਾਮ ਨਾਲ ਜੁੜੀਏ, ਸਾਡਾ ਜੀਵਨ ਸੋਹਣਾ ਬਣ ਜਾਵੇਗਾ। ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।